हैंड वगैरह ना चलाए क्योंकि मैं ਉਹਦੇ ਤੇ ਰਾਈਟ ਕਰਨਾ ਹੁੰਦਾ ਸੋ ਅਗਰ ਕੋਈ ਚਲਾਉਂਦਾ ਤਾਂ ਦਿੱਕਤ ਆਉਂਦੀ ਸਭ ਨੂੰ। ਸੋ ਆਪਾਂ ਗੱਲ ਕਰਾਂਗੇ ਐਜੂਕੇਸ਼ਨ ਸਾਈਕੋਲੋਜੀ ਦੀ, ਜਿਹਨੂੰ ਸਿੱਖਿਅਕ ਮਨੋਵਿਗਿਆਨ ਕਹਿੰਦੇ ਆ। ਇਹ ਆਪਣੇ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਇੱਕ ਟੀਚਰ ਬਣ ਜਾ ਰਹੇ ਹਾਂ। ਸੋ ਟੀਚਰ ਲਈ ਇਹ ਜ਼ਰੂਰੀ ਹੈ ਕਿ ਉਹ ਐਜੂਕੇਸ਼ਨਲ ਸਾਈਕੋਲੋਜੀ ਨਾਲ ਤਾਂ ਜਾਣਕਾਰ ਹੋਏ ਹੀ, ਕਿਉਂਕਿ ਅਗਰ ਉਹਨੂੰ ਇਹ ਹੀ ਨਹੀਂ ਪਤਾ ਕਿ ਐਜੂਕੇਸ਼ਨਲ ਸਾਈਕੋਲੋਜੀ ਹੁੰਦੀ ਕੀ ਹੈ ਸੋ ਬੱਚਿਆਂ ਨੂੰ ਟੀਚ ਕਿਵੇਂ ਕਰੇਗਾ। ਆਪਾਂ ਪੜ੍ਹਦੇ ਹਾਂ ਮੇਨਲੀ ਐਗਜ਼ਾਮ ਪੁਆਇੰਟ ਆਫ ਵਿਊ ਨਾਲ। ਸੋ ਉਹਦੇ ਨਾਲ ਆਪਾਂ ਨੂੰ ਬੈਨੀਫਿਟ ਹੋਏਗਾ ਕਿ ਆਪਾਂ ਬੱਚਿਆਂ ਨੂੰ ਵੀ ਕਲਾਸ ਦੇ ਵਿੱਚ ਪੜ੍ਹਾ ਸਕੀਏ ਉਸ ਦੇ ਅਕੋਰਡਿੰਗ। ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਕੀ ਸੀ, ਸਦੀਆਂ ਪਹਿਲਾਂ ਜੋ ਸਾਈਕੋਲੋਜੀ ਸੀ ਉਹਨੂੰ ਇੱਕ ਦਰਸ਼ਨ ਦੀ ਸ਼ਾਖਾ ਮੰਨਿਆ ਗਿਆ ਸੀ। ਦਰਸ਼ਨ ਮਤਲਬ ਦਰਸ਼ਨ ਸ਼ਾਸਤਰ ਦੀ ਗੱਲ ਕੀਤੀ ਹੈ, ਇੱਥੇ ਫਿਲੋਸਫੀ ਦੀ ਗੱਲ ਕੀਤੀ ਹੈ। ਜੋ ਮਨੋਵਿਗਿਆਨ ਸੀ, ਜੋ ਸਾਈਕੋਲੋਜੀ ਸੀ, ਉਹ ਪਹਿਲਾਂ ਦਰਸ਼ਨ ਸ਼ਾਸਤਰ ਦਾ ਪਾਰਟ ਸੀ। ਠੀਕ ਹੈ। ਮਨੋਵਿਗਿਆਨ ਨੂੰ ਦਰਸ਼ਨ ਸ਼ਾਸਤਰ ਤੋਂ ਇੱਕ ਸੁਤੰਤਰ ਵਿਸ਼ਾ ਯਾਨੀ ਕਿ ਇੰਡੀਪੈਂਡੈਂਸ ਸਬਜੈਕਟ ਬਣਾਉਣ ਲਈ ਸ਼ੁਰੂਆਤ ਹੋਈ। ਉਸ ਤੋਂ ਕੁਝ ਸਮੇਂ ਬਾਅਦ ਜਦੋਂ ਮਨੋਵਿਗਿਆਨ ਦੇ ਵਿੱਚ ਖੋਜਾਂ ਸ਼ੁਰੂ ਹੋਣੀਆਂ ਹੋਈਆਂ ਤਾਂ ਜੋ ਇਹਦੇ ਖੋਜੀ ਸੀ ਮਨੋਵਿਗਿਆਨ ਦੇ ਵਿੱਚ, ਸਾਈਕੋਲੋਜੀ ਦੇ ਵਿੱਚ ਖੋਜ ਕਰ ਰਹੇ ਸੀ, ਉਹਨਾਂ ਨੇ ਕੀ ਕਿਹਾ ਕਿ ਦਰਸ਼ਨ ਸ਼ਾਸਤਰ ਜੋ ਹੈ ਇੱਕ ਅਧਿਆਤਮਿਕ ਵਿਸ਼ੇ ਨਾਲ ਸੰਬੰਧਿਤ ਹੈ। ਜੇ ਤੁਸੀਂ ਓਸ਼ੋ ਨੂੰ ਪੜ੍ਹੋਗੇ ਜਾਂ ਹੋਰ ਦਰਸ਼ਨ ਸ਼ਾਸਤਰ ਜਿਵੇਂ ਅਰਸਤੂ ਹੋ ਗਏ, ਪਲੂਟੋ ਹੋ ਗਏ, ਉਹਨਾਂ ਨੂੰ ਪੜ੍ਹ ਕੇ ਦੇਖੋਗੇ ਤਾਂ ਉਹ ਗੱਲ ਕਰਦੇ ਆ ਅਧਿਆਤਮਿਕ ਪੱਖ ਦੇ ਵੱਲ ਜ਼ਿਆਦਾ। ਉਹ ਮਨੋਵਿਗਿਆਨ ਦੀ ਗੱਲ ਨਹੀਂ ਕਰਦੇ। ਉਹ ਦਰਸ਼ਨ ਸ਼ਾਸਤਰ ਜੋ ਹੈ ਉਹ ਆਤਮਾ ਦੇ ਨਾਲ ਰਿਲੇਟ ਕਰਦਾ ਹੈ ਜ਼ਿਆਦਾ। ਲੇਕਿਨ ਮਨੋਵਿਗਿਆਨ ਜੋ ਹੈ ਉਹ ਆਪਣੇ ਮਨ ਦੇ ਨਾਲ, ਆਪਣੇ ਬਿਹੇਵੀਅਰ ਦੇ ਨਾਲ, ਆਪਣੇ ਮਤਲਬ ਵਿਵਹਾਰ ਦੇ ਨਾਲ ਰਿਲੇਟ ਕਰਦਾ ਹੈ। ਸੋ ਇਹਦੇ ਬਾਰੇ ਕੀ ਹੋਇਆ ਕਿ ਜਦੋਂ ਮਨੋਵਿਗਿਆਨ ਜੋ ਹੈ ਸਾਈਕੋਲੋਜੀ ਹੈ ਜੋ ਦਰਸ਼ਨ ਸ਼ਾਸਤਰ ਦੇ ਨਾਲੋਂ ਟੁੱਟਣੀ ਸ਼ੁਰੂ ਹੋਈ ਤਾਂ ਅਲੱਗ-ਅਲੱਗ ਜੋ ਇਹਦੇ ਪ੍ਰਤਿਪਾਦਕ ਰਹੇ ਆ ਉਹਨਾਂ ਨੇ ਡੈਫੀਨੇਸ਼ਨ ਦੇਣੀਆਂ ਸ਼ੁਰੂ ਕੀਤੀਆਂ ਕਿ ਮਨੋਵਿਗਿਆਨ ਇਹ ਹੈ, ਮਨੋਵਿਗਿਆਨ ਇਹ ਹੈ। ਸੋ ਜਿੰਨੇ ਵੀ ਰਾਈਟਰ ਸੀ ਉਹਨਾਂ ਨੇ ਅਲੱਗ-ਅਲੱਗ ਡੈਫੀਨੇਸ਼ਨਸ ਦਿੱਤੀਆਂ। ਸੋ ਉਹਨਾਂ ਬਾਰੇ ਆਪਾਂ ਚਰਚਾ ਕਰਾਂਗੇ ਅੱਗੇ। ਸਭ ਤੋਂ ਪਹਿਲਾਂ ਆਪਣੇ ਲਈ ਜਾਣਨਾ ਜ਼ਰੂਰੀ ਹੈ, ਕੱਲ ਵੀ ਮੈਂ ਦੱਸਿਆ ਸੀ ਕਿ ਸਾਈਕੋਲੋਜੀ ਜੋ ਹੈ ਉਹ ਦੋ ਵਰਡਸ ਤੋਂ ਬਣਿਆ ਹੈ, ਸਾਈਕੇ ਪਲੱਸ ਲੋਗਸ। ਇਹਨੂੰ ਤੁਸੀਂ ਇੰਗਲਿਸ਼ ਦੇ ਵਿੱਚ ਯਾਦ ਰੱਖਿਓ, ਜੋ ਆ ਸਪੈਲਿੰਗ ਲਿਖੇ ਹੋਏ ਆ PSYCHE ਪਲੱਸ LOGOS, ਇਹਨਾਂ ਤੋਂ ਬਣਿਆ, ਜਿੰਦੇ ਵਿੱਚ ਸਾਈਕੇ ਦਾ ਮਤਲਬ ਹੈ ਆਤਮਾ ਔਰ ਲੋਗੋਸ ਦਾ ਮਤਲਬ ਹੈ ਵਿਗਿਆਨ। ਇੱਕ ਗ੍ਰੀਕ ਵਰਡਸ ਹੈ ਜਿੰਦੇ ਤੋਂ ਸਾਈਕੋਲੋਜੀ ਬਣਿਆ, ਇਹਦਾ ਮਤਲਬ ਹੈ ਆਤਮਾ। ਪਲੀਜ਼ ਮਿਊਟ ਰੱਖ ਲਓ, ਸਭ ਨੂੰ ਡਿਸਟਰਬ ਨਾ ਕਰੋ। ਸਾਈਕੇ ਪਲੱਸ ਲੋਗਸ ਤੋਂ ਬਣਿਆ, ਜਿਹਦਾ ਮਤਲਬ ਹੈ ਆਤਮਾ ਦਾ। ਹਾਲਾਂਕਿ ਹੁਣ ਆਤਮਾ ਦਾ ਵਿਗਿਆਨ ਨਹੀਂ ਕਿਹਾ ਜਾਂਦਾ ਇਹਨੂੰ, ਹੁਣ ਇਹਨੂੰ ਕਿਹਾ ਜਾਂਦਾ ਹੈ ਵਿਵਹਾਰ ਦਾ ਵਿਗਿਆਨ, ਬਿਹੇਵੀਅਰ ਦਾ ਵਿਗਿਆਨ, ਬਿਹੇਵੀਅਰ ਆਫ ਸਾਇੰਸ। ਠੀਕ ਹੈ। ਉਹ ਆਪਾਂ ਅੱਗੇ ਦੇਖਾਂਗੇ ਕਿਵੇਂ ਇਹਦੀਆਂ ਡੈਫੀਨੇਸ਼ਨ ਦੇ ਵਿੱਚ ਚੇਂਜਸ ਆਏ ਆ। ਸਾਈਕੋਲੋਜੀ ਦਾ ਵਰਡ ਜੋ ਹੈ ਉਹਦਾ ਮੀਨਿੰਗ ਸਮਝ ਆ ਗਿਆ ਕਿ ਇਹਨੂੰ ਆਤਮਾ ਦਾ ਵਿਗਿਆਨ ਕਿਹਾ ਜਾਂਦਾ ਔਰ ਇਹ ਗ੍ਰੀਕ ਵਰਡ ਹੈ। ਠੀਕ ਹੈ। ਆਤਮਾ ਨੂੰ ਆਧਾਰ ਲਿਆ ਗਿਆ ਸ਼ੁਰੂ ਤੋਂ ਲੈ ਕੇ। ਜਦੋਂ ਦਰਸ਼ਨ ਤੋਂ ਸਾਈਕੋਲੋਜੀ ਅਲੱਗ ਹੋਣੀ ਸ਼ੁਰੂ ਹੋਈ ਤਾਂ ਸਾਈਕੋ ਨੂੰ ਕੀ ਕਿਹਾ ਗਿਆ ਕਿ ਇਹ ਆਤਮਾ ਦਾ ਆਧਾਰ ਹੈ, ਬੇਸ ਹੈ ਆਤਮਾ ਦਾ। ਇੱਕ ਮਿੰਟ ਯਾਰ, ਮਿਊਟ ਕਰ ਲੈਣ ਦੋ ਸਭ ਨੂੰ, ਐਵੇਂ ਤਾਂ ਕੋਈ ਕਰ ਹੀ ਨਹੀਂ ਰਿਹਾ। ਤੁਸੀਂ ਕਰ ਦੋ ਜੀ। ਹਾਂ, ਮੈਂ ਉਹੀ ਕਰਨ ਲੱਗਿਆ। ਸੋ ਆਤਮਾ ਨੂੰ ਆਧਾਰ ਲੈ ਕੇ ਜੋ ਹੈ ਦਰਸ਼ਨ ਸ਼ਾਸਤਰ ਤੋਂ ਜਦੋਂ ਅਲੱਗ ਹੋਇਆ, ਕਿਉਂਕਿ ਦਰਸ਼ਨ ਸ਼ਾਸਤਰ ਜੋ ਸੀ ਆਤਮਾ ਦਾ ਵਿਸ਼ਾ ਸੀ, ਇਸ ਲਈ ਮਨੋਵਿਗਿਆਨ ਨੂੰ ਥਿਊਰੀਆਂ ਅਲੱਗ ਨਿਕਲੀਆਂ ਸ਼ੁਰੂ ਹੋ ਗਈਆਂ, ਲੇਕਿਨ ਉਹਨੂੰ ਆਤਮਾ ਦਾ ਹੀ ਵਿਗਿਆਨ ਕਿਹਾ ਗਿਆ। ਆਤਮਾ ਦਾ ਵਿਗਿਆਨ ਜੋ ਹੈ ਕਿੰਨੇ ਕਿਹਾ ਗਿਆ ਕਿ ਇਹ ਆਤਮਾ ਦਾ ਵਿਗਿਆਨ ਹੈ? ਪਲੋਟੋ, ਅਰਸਤੂ ਔਰ ਡੈਕਾ, ਇਹ ਤਿੰਨ ਜੋ ਸੀ ਸਾਈਕੋਲੋਜਿਸਟ ਸੀ, ਮਨੋਵਿਗਿਆਨਿਕ ਸੀ, ਜਿਨ੍ਹਾਂ ਨੇ ਸਾਈਕੋਲੋਜੀ ਨੂੰ ਆਤਮਾ ਦਾ ਵਿਗਿਆਨ ਮੰਨਿਆ। ਠੀਕ ਹੈ। ਫਿਰ ਕੀ ਹੋਇਆ ਕਿ ਸ਼ਬਦ ਜੋ ਆਤਮਾ ਸੀ ਉਹਨੂੰ ਸਪਸ਼ਟ ਕਰਨਾ, ਉਹਨੂੰ ਪਰਿਭਾਸ਼ਾ ਚ ਲਿਆਉਣਾ ਬਹੁਤ ਮੁਸ਼ਕਿਲ ਸੀ ਕਿ ਆਤਮਾ ਹੈ ਕੀ, ਕਿਸੇ ਨੇ ਦੇਖੀ ਤਾਂ ਹੈ ਨਹੀਂ ਸੀ। ਸੋ ਉਹਦੇ ਬਾਰੇ ਆਪਾਂ ਅਗਰ ਕੋਈ ਚੀਜ਼ ਦੇਖੀ ਨਹੀਂ ਹੈ ਉਹਦੇ ਬਾਰੇ ਡਿਸਕਸ ਕਿਵੇਂ ਕਰਾਂਗੇ?
ਆਤਮਾ ਜੋ ਹੈ ਅਧਿਆਤਮਿਕ ਵਿਸ਼ਾ ਹੈ, ਸੰਸਾਰਿਕ ਵਿਸ਼ਾ ਨਾ ਹੋ ਕੇ ਅਧਿਆਤਮਿਕ ਵਿਸ਼ਾ ਹੈ। ਇਸ ਲਈ ਉਹਨੂੰ ਡਿਫਾਈਨ ਕਰਨਾ, ਉਹਦੇ ਬਾਰੇ ਜਾਣਨਾ ਆਪਣੇ ਮਨੁੱਖਾਂ ਦੇ ਬਾਰੇ ਵਸ ਦੇ ਵਿੱਚ ਗੱਲ ਨਹੀਂ ਹੈ। ਬਹੁਤ ਸਾਰੇ ਐਕਸਪੈਰੀਮੈਂਟ ਹੋਏ ਕਿ ਜਦੋਂ ਸਰੀਰ ਦਾ ਨਾਸ਼ ਹੁੰਦਾ ਹੈ, ਉਹਦੇ ਵਿੱਚੋਂ ਇਹੋ ਜਿਹੀ ਕੀ ਚੀਜ਼ ਨਿਕਲਦੀ ਹੈ ਕਿ ਮਨੁੱਖ ਦੇ ਪ੍ਰਾਣ ਪਖੇਰੂ ਜੋ ਹੈ ਉੱਡ ਜਾਂਦੇ ਆ। ਡਾਕਟਰਾਂ ਨੇ ਕੀ ਕੀਤਾ, ਇੱਕ ਬੰਦੇ ਨੂੰ ਬੰਦ ਕਰ ਦਿੱਤਾ ਸ਼ੀਸ਼ੇ ਦੇ ਵਿੱਚ ਜੋ ਮਰਨ ਵਾਲਾ ਸੀ। ਲੇਕਿਨ ਜਦੋਂ ਉਹ ਚੀਜ਼ ਨਿਕਲੀ, ਜਦੋਂ ਉਹ ਬੰਦਾ ਮਰਿਆ ਤਾਂ ਸ਼ੀਸ਼ਾ ਟੁੱਟ ਗਿਆ, ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਵਿੱਚੋਂ ਕੀ ਨਿਕਲਿਆ। ਸੋ ਉਸਨੂੰ ਆਪਣਾ ਜੋ ਭਾਰਤ ਦਾ ਅਧਿਆਤਮਿਕ ਪੱਖ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਕਿ ਆਤਮਾ ਕੀ ਹੈ। ਆਪਾਂ ਬੇਸ਼ੱਕ ਉਹਦੇ ਤੋਂ ਜਾਣੂ ਹਾਂ, ਲੇਕਿਨ ਆਪਾਂ ਕਦੇ ਉਹਨੂੰ ਦੇਖਿਆ ਨਹੀਂ ਹੈ, ਕਦੇ ਮਹਿਸੂਸ ਨਹੀਂ ਕੀਤਾ ਹੈ। ਸੋ ਉਹਦੇ ਬਾਰੇ ਡਿਫਾਈਨ ਕਰਨਾ ਇੱਕ ਵਿਗਿਆਨਿਕ ਲਈ ਬਹੁਤ ਔਖਾ ਹੈ, ਕਿਉਂਕਿ ਵਿਗਿਆਨ ਜੋ ਹੈ ਉਹ ਇਸ ਰਿਲੇਟ ਅਧਿਆਤਮਿਕ ਪੱਖ ਨੂੰ ਮੰਨਦਾ ਨਹੀਂ ਹੈ। ਉਹ ਆਪਣੇ ਸਿਰਫ ਥਿਊਰੀਆਂ ਜੋ ਰਿਸਰਚ ਕਰਦਾ ਹੈ ਉਹਨਾਂ ਨੂੰ ਹੀ ਮੰਨਦਾ ਹੈ। ਫਿਰ ਕੀ ਹੋਇਆ ਕਿ ਜਦੋਂ ਆਤਮਾ ਨੂੰ ਆਪਾਂ ਮਨੋਵਿਗਿਆਨਿਕ ਡਿਫਾਈਨ ਨਹੀਂ ਕਰ ਸਕੇ ਕਿ ਆਤਮਾ ਕੀ ਹੈ, ਤਾਂ 16ਵੀਂ ਸਦੀ ਦੇ ਅੰਤ ਵਿੱਚ ਕੀ ਹੋਇਆ ਕਿ ਜੋ ਆਤਮਾ ਨੂੰ ਲੈ ਕੇ ਪਰਿਭਾਸ਼ਾ ਦਿੱਤੀ ਗਈ ਸੀ, ਜੋ ਡੈਫੀਨੇਸ਼ਨ ਦਿੱਤੀ ਗਈ ਸੀ, ਉਹਨੂੰ ਕੀ ਕਿਹਾ ਕਿ ਇਹ ਅਵੈਧ ਹੈ, ਮਤਲਬ ਇਹ ਲਾਗੂ ਨਹੀਂ ਹੁੰਦੀ ਹੈ। 17ਵੀਂ ਸਦੀ ਦੇ ਵਿੱਚ ਕੀ ਹੋਇਆ ਕਿ ਦੋ ਮਨੋਵਿਗਿਆਨਿਕ ਹੋਏ ਜਿਨ੍ਹਾਂ ਦਾ ਨਾਮ ਹੈ ਪੋਪਨੋਂਜੀ ਔਰ ਉਸਦੇ ਸਹਿਯੋਗੀ ਸੀ ਥਸਰ ਡੋਇਡ। ਇਹ ਦੋ ਮਨੋਵਿਗਿਆਨਿਕ ਸੀ। ਇਹਨਾਂ ਨੇ ਕੀ ਕਿਹਾ ਕਿ ਆਤਮਾ ਦਾ ਵਿਗਿਆਨ ਨਹੀਂ ਹੈ, ਮਨੋਵਿਗਿਆਨ ਕੀ ਹੈ, ਮਨ ਦਾ ਜਾਂ ਦਿਮਾਗ ਦਾ ਵਿਗਿਆਨ ਹੈ। ਗੱਲ ਚੱਲੀ ਆਤਮਾ ਤੋਂ, ਦਰਸ਼ਨ ਸ਼ਾਸਤਰ ਤੋਂ ਅਲੱਗ ਹੋ ਕੇ ਆਤਮਾ ਦਾ ਵਿਗਿਆਨ ਕਿਹਾ। 17ਵੀਂ ਸਦੀ ਦੇ ਵਿੱਚ ਕੀ ਕਿਹਾ ਗਿਆ ਕਿ ਮਨੋਵਿਗਿਆਨ ਆਤਮਾ ਦਾ ਵਿਗਿਆਨ ਨਹੀਂ ਹੈ, ਇਹ ਮਨ ਜਾਂ ਦਿਮਾਗ ਦਾ ਵਿਗਿਆਨ ਹੈ। ਹੁਣ ਇਹ ਵੀ ਥਿਊਰੀ ਅੱਗੇ ਜਾ ਕੇ ਗਲਤ ਸਾਬਿਤ ਹੋ ਜਾਂਦੀ ਹੈ, ਕਿਉਂਕਿ ਜਿਵੇਂ ਲੋਕਾਂ ਨੇ ਆਤਮਾ ਨੂੰ ਨਹੀਂ ਵੇਖਿਆ ਸੀ, ਉਵੇਂ ਕਿਸੇ ਨੇ ਮਨ ਜਾਂ ਦਿਮਾਗ ਮਨ ਨੂੰ ਨਹੀਂ ਦੇਖਿਆ ਹੁੰਦਾ। 18ਵੀਂ ਸਦੀ ਦੇ ਵਿੱਚ ਕੀ ਹੋਇਆ ਕਿ ਜੋ ਮਨ ਨੂੰ ਲੈ ਕੇ ਡੈਫੀਨੇਸ਼ਨ ਦਿੱਤੀ ਗਈ ਸੀ ਕਿ ਮਨੋਵਿਗਿਆਨ ਮਨ ਦਾ ਵਿਗਿਆਨ ਹੈ, ਉਹਦੇ ਅਯੋਗ ਅਤੇ ਅਧੂਰੇ ਅਰਥਾਂ ਕਰਕੇ ਇਹ ਜੋ ਡੈਫੀਨੇਸ਼ਨ ਸੀ ਇਹ ਗਲਤ ਸਾਬਿਤ ਹੋ ਗਈ। ਫਿਰ ਕੀ ਹੋਇਆ, ਵਿਲੀਅਮ ਵੁੰਟ ਔਰ ਵਿਲੀਅਮ ਜੇਮਸ ਨਾਲ ਹੀ ਟਿਚਨਰ ਆਦਿ ਨੇ ਕੀ ਕੀਤਾ ਕਿ 19ਵੀਂ ਸਦੀ ਦੇ ਵਿੱਚ ਮਨੋਵਿਗਿਆਨ ਨੂੰ ਚੇਤਨਾ ਦਾ ਵਿਗਿਆਨ ਕਹਿ ਦਿੱਤਾ। ਚੇਤਨਾ ਦਾ ਵਿਗਿਆਨ ਜੋ ਹੈ ਮਨ ਦੇ ਵਿਗਿਆਨ ਦੀ ਡੈਫੀਨੇਸ਼ਨ ਗਲਤ ਸਾਬਿਤ ਹੋਣ ਤੋਂ ਬਾਅਦ ਹੋਇਆ। ਠੀਕ ਹੈ, ਇਹਦੇ ਜੋ ਪ੍ਰਤਿਪਾਦਕ ਕੌਣ ਸੀ ਇਹ ਯਾਦ ਰੱਖਣ ਵਾਲਾ ਹੈ, ਵਿਲੀਅਮ ਵੁੰਟ, ਵਿਲੀਅਮ ਜੇਮਸ ਔਰ ਟਿਚਨਰ। ਠੀਕ ਹੈ, ਫਿਰ ਕੀ ਹੋਇਆ ਕਿ ਵਿਲੀਅਮ ਵੁੰਟ ਨੇ ਕੀ ਕੀਤਾ ਕਿ ਇੱਕ 1879 ਦੇ ਵਿੱਚ ਜਰਮਨੀ ਦੇ ਲਿਪਜ਼ਿਗ ਸ਼ਹਿਰ ਦੇ ਵਿੱਚ, ਲਿਪਜ਼ਿਗ ਸਿਟੀ ਹੈ, ਇਹਦੇ ਉੱਪਰ ਕੁਐਸਚਨ ਆਉਂਦਾ ਹੈ ਕਿ ਵਿਲੀਅਮ ਵੁੰਟ ਨੇ ਪਹਿਲੀ ਮਨੋਵਿਗਿਆਨਿਕ ਜੋ ਹੈ ਪ੍ਰਯੋਗਸ਼ਾਲਾ ਕਿੱਥੇ ਸਥਾਪਿਤ ਕੀਤੀ। ਉਹ ਲਿਪਜ਼ਿਗ ਸ਼ਹਿਰ ਹੈ, ਲਿਪਜ਼ਿਗ ਸਿਟੀ ਹੈ। ਠੀਕ ਹੈ, ਉੱਥੇ ਉਹਨਾਂ ਨੇ ਪਹਿਲੀ ਮਨੋਵਿਗਿਆਨਿਕ ਜੋ ਹੈ ਪ੍ਰਯੋਗਸ਼ਾਲਾ ਸਥਾਪਿਤ ਕੀਤੀ। ਠੀਕ ਹੈ, ਇਸ ਲਈ ਵਿਲੀਅਮ ਵੁੰਟ ਨੂੰ ਕੀ ਕਿਹਾ ਗਿਆ ਕਿ ਪ੍ਰਯੋਗਾਤਮਕ ਮਨੋਵਿਗਿਆਨ ਦਾ ਪਿਤਾ ਮੰਨ ਲਿਆ ਗਿਆ, ਕਿਉਂਕਿ ਉਹਨਾਂ ਨੇ ਪਹਿਲੀ ਪ੍ਰਯੋਗਸ਼ਾਲਾ, ਪਹਿਲੀ ਲੈਬੋਰਟਰੀ ਜੋ ਹੈ ਮਨੋਵਿਗਿਆਨ ਨਾਲ ਸਥਾਪਿਤ ਕੀਤੀ। ਇਸ ਲਈ ਉਹਨਾਂ ਨੂੰ ਕੀ ਕਿਹਾ ਗਿਆ ਕਿ ਇਹ ਪ੍ਰਯੋਗਾਤਮਕ ਮਨੋਵਿਗਿਆਨ ਦੇ ਪਿਤਾ ਨੇ। ਇਹਦੇ ਉੱਪਰ ਕੁਐਸਚਨ ਆਇਆ ਹੋਇਆ ਹੈ ਪੀਟੈਟ, ਸੀਟੈਟ, DSSB ਰੀਟ। ਸੋ ਤੁਸੀਂ ਇਹ ਯਾਦ ਰੱਖਣਾ ਹੈ ਕਿ ਪ੍ਰਯੋਗਾਤਮਕ ਮਨੋਵਿਗਿਆਨ ਦੇ ਪਿਤਾ ਕਿਹਨੂੰ ਕਿਹਾ ਗਿਆ। ਉਹਨਾਂ ਦਾ ਨਾਮ ਹੈ ਵਿਲੀਅਮ ਵੁੰਟ। ਵੌਂਟ ਨਹੀਂ ਹੈ, ਇਹ ਟਾਈਪਿੰਗ ਐਰਰ ਹੈ, ਵੁੰਟ ਹੈ। ਠੀਕ ਹੈ, 20ਵੀਂ ਸਦੀ ਦੇ ਵਿੱਚ ਕੀ ਹੋਇਆ ਕਿ ਮਨੋਵਿਗਿਆਨ ਨੂੰ ਵਿਵਹਾਰ ਦਾ ਵਿਗਿਆਨ ਮੰਨ ਲਿਆ ਗਿਆ। ਜੋ ਪਹਿਲਾਂ ਆਤਮਾ ਦਾ ਵਿਗਿਆਨ ਮੰਨਿਆ ਸੀ, ਉਸ ਤੋਂ ਬਾਅਦ ਮਨ ਦਾ ਵਿਗਿਆਨ ਮੰਨਿਆ ਸੀ, ਉਸ ਤੋਂ ਬਾਅਦ ਕੀ ਕਿਹਾ ਗਿਆ ਕਿ ਚੇਤਨਾ ਦਾ ਵਿਗਿਆਨ ਹੈ ਮਨੋਵਿਗਿਆਨ। ਲੇਕਿਨ ਚੇਤਨਾ ਵੀ ਕਿਸੇ ਨੇ ਨਹੀਂ ਵੇਖੀ ਸੀ। ਸਿਗਮੰਡ ਫਰੋਇਡ ਨੇ ਕਿਹਾ ਕਿ ਚੇਤਨਾ 3 ਤਰ੍ਹਾਂ ਦੀ ਹੈ। ਇੱਕ ਚੇਤਨਾ ਅਰਧ ਚੇਤਨਾ ਹੈ, ਇੱਕ ਮਤਲਬ ਚੇਤਨਾ ਜਿਹਨੂੰ ਕੌਨਸ਼ੀਅਸ ਕਹਿ ਦਿੱਤਾ, ਇੱਕ ਸਬ ਕੌਨਸ਼ੀਅਸ ਔਰ ਇੱਕ ਅਚੇਤਨ। ਹੁਣ ਤਿੰਨਾਂ ਨੂੰ ਪੜ੍ਹਨਾ ਔਰ ਤਿੰਨਾਂ ਨੂੰ ਜਾਣਨਾ ਅਲੱਗ-ਅਲੱਗ ਇਹ ਬਹੁਤ ਹੀ ਮੁਸ਼ਕਿਲ ਸੀ, ਕਿਉਂਕਿ ਅਚੇਤਨ ਮਨ ਜੋ ਹੈ ਉਹ 90% ਹੈ, ਸਿਰਫ 10% ਜੋ ਹੈ ਕੌਨਸ਼ੀਅਸ ਮਾਈਂਡ ਹੈ। ਅਗਰ ਆਪਾਂ ਸਿਰਫ 10% ਦੇ ਬਾਰੇ ਹੀ ਖੋਜ ਕਰ ਰਹੇ ਹਾਂ ਤਾਂ ਉਹ ਆਪਣੀ ਗਲਤੀ ਆ, ਕਿਉਂਕਿ 90% ਬਾਰੇ ਆਪਾਂ ਕੋਈ ਖੋਜ ਹੀ ਨਹੀਂ ਕੀਤੀ। ਜੋ ਬਿਲਕੁਲ ਹੀ ਚੀਜ਼ ਹੋਂਦ ਵਿੱਚ ਨਹੀਂ ਆ ਰਹੀ ਹੈ, ਬਿਲਕੁਲ ਹੀ ਜਿਹਦੇ ਬਾਰੇ ਆਪਾਂ ਨੂੰ ਜਾਣਕਾਰੀ ਨਹੀਂ ਹੈ, ਉਹਦੇ ਬਾਰੇ ਅਗਰ ਥਿਊਰੀਆਂ ਕੱਢ ਰਹੇ ਹਾਂ ਮਨ ਘੜਤ, ਤਾਂ ਉਹਦਾ ਕੋਈ ਬੈਨੀਫਿਟ ਨਹੀਂ ਹੈ।
ਕੀ ਹੋਇਆ ਕਿ 20ਵੀਂ ਸਦੀ ਦੇ ਵਿੱਚ ਆ ਕੇ 1901 ਤੋਂ ਲੈ ਕੇ 2000 ਦੇ ਵਿੱਚ ਦੀ ਸਦੀ ਨੂੰ 20ਵੀਂ ਸਦੀਆਂ ਬਾਰੇ ਸ਼ੋਰ ਹੋ ਨਾ ਸਭ ਕਿ ਸਦੀ ਦਾ ਮਤਲਬ ਕੀ ਹੁੰਦਾ ਹੈ। 20ਵੀਂ ਸਦੀ ਦੀ ਗੱਲ ਹੋ ਰਹੀ ਹੈ ਤਾਂ ਮਤਲਬ ਜੋ ਹੈ 1901 ਤੋਂ ਲੈ ਕੇ 2000 ਤੱਕ ਗੱਲ ਹੋ ਰਹੀ ਹੈ। ਜੇਕਰ ਆਪਾਂ 18ਵੀਂ ਸਦੀ ਦੀ ਗੱਲ ਕਰ ਰਹੇ ਹਾਂ ਤਾਂ 1701 ਤੋਂ ਲੈ ਕੇ 1800 ਤੱਕ ਗੱਲ ਹੋ ਰਹੀ ਹੈ। ਸਦੀ ਬਾਰੇ ਤੁਹਾਨੂੰ ਬਿਲਕੁਲ ਪਤਾ ਹੋਣਾ ਚਾਹੀਦਾ ਹੈ ਕਿ 20ਵੀਂ ਸਦੀ ਕੀ ਹੈ, 17ਵੀਂ ਕੀ ਹੈ, 18ਵੀਂ ਕੀ ਹੈ। ਠੀਕ ਹੈ। 20ਵੀਂ ਸਦੀ ਦੇ ਵਿੱਚ ਕੀ ਹੋਇਆ ਕਿ ਮਨੋਵਿਗਿਆਨ ਨੂੰ ਚੇਤਨਾ ਦੇ ਵਿਗਿਆਨ ਦੀ ਡੈਫੀਨੇਸ਼ਨ ਗਲਤ ਕਰਕੇ ਵਿਵਹਾਰ ਦਾ ਵਿਗਿਆਨ ਮੰਨ ਲਿਆ ਗਿਆ। ਤਾਂ ਵਿਵਹਾਰ ਦਾ ਵਿਗਿਆਨ ਮਤਲਬ ਬਿਹੇਵੀਅਰ ਦਾ, ਮਨੁੱਖੀ ਬਿਹੇਵੀਅਰ ਦਾ, ਮਨੁੱਖ ਕਿਵੇਂ ਬਿਹੇਵ ਕਰਦਾ ਹੈ ਅਗਰ ਕੋਈ ਉਹਦੇ ਸਾਹਮਣੇ ਕੋਈ ਚੀਜ਼ ਰੱਖੀ ਜਾਂਦੀ ਹੈ ਜਾਂ ਉਹਦੇ ਕੋਈ ਟਾਰਗੇਟਸ ਪੂਰੇ ਹੁੰਦੇ ਆ ਜਾਂ ਕੋਈ ਉਹ ਅਚੀਵ ਕਰਦਾ ਹੈ ਕੋਈ ਚੀਜ਼ ਜਾਂ ਜੋਬ, ਜਿਵੇਂ ਆਪਾਂ ਪ੍ਰੀ ਪ੍ਰਾਇਮਰੀ ਟੀਚਰ ਬਣ ਰਹੇ ਹਾਂ, ਟੈਸਟ ਤੋਂ ਬਾਅਦ ਆਪਣਾ ਐਗਜ਼ਾਮ ਕਲੀਅਰ ਹੁੰਦਾ ਤਾਂ ਕਿਵੇਂ ਆਪਾਂ ਰਿਐਕਟ ਕਰ ਰਹੇ ਹਾਂ ਜਾਂ ਸੰਸਾਰ ਦੇ ਵਿੱਚ ਵਿਚਰਦੇ ਟਾਈਮ ਆਪਾਂ ਕਿਵੇਂ ਰਿਐਕਟ ਕਰ ਰਹੇ ਹਾਂ, ਉਹੀ ਆਪਣਾ ਬਿਹੇਵੀਅਰ ਹੈ। ਠੀਕ ਹੈ। ਇਹ ਡੈਫੀਨੇਸ਼ਨ ਕੀ ਹੈ, ਅੱਜ ਤੱਕ ਕਾਇਮ ਹੈ। ਇਹਦੇ ਜੋ ਪ੍ਰਤੀਪਾਦਕ ਰਹੇ ਆ ਬਿਹੇਵੀਅਰ ਦੇ ਉਹ ਵੋਟਸਨ ਸੀ। ਵੋਟਸਨ। ਠੀਕ ਹੈ। ਵੋਟਸਨ। ਸਕੈਚ ਨਹੀਂ ਹੈ ਮੇਰੇ ਕੋਲ, ਮੈਂ ਹੈਂਡ ਨਾਲ ਹੀ ਰਾਈਟ ਕਰ ਰਿਹਾ, ਸੋ ਰਾਈਟਿੰਗ ਸਮਝ ਨਾ ਆਏ ਤਾਂ ਜੋ ਮੈਂ ਸਪੀਚ ਦੇ ਰਿਹਾ ਉਹ ਸਮਝ ਲਿਓ ਕਿ ਵਿਵਹਾਰ ਦਾ ਵਿਗਿਆਨ ਦਾ ਪਿਤਾ ਕਿਹਨੂੰ ਕਿਹਾ ਗਿਆ, ਉਹ ਵੋਟਸਨ ਨੂੰ ਕਿਹਾ ਗਿਆ। ਇਸ ਤੋਂ ਬਾਅਦ ਕੀ ਹੋਇਆ ਕਿ ਇਹ ਡੈਫੀਨੇਸ਼ਨ ਸਭ ਲਈ ਪ੍ਰੂਵ ਹੋ ਗਈ। ਠੀਕ ਹੈ। ਸੋ ਵੁਡਵੋਰਥ ਹੋਏ, ਸਕਿਨਰ ਹੋਏ ਤੇ ਥੋਰਨੋਡਾਈਕ ਹੋਏ, ਉਹਨਾਂ ਨੇ ਵੀ ਕੀ ਕਿਹਾ ਕਿ ਵਾਟਸਨ ਦਾ ਸਹਿਯੋਗ ਕੀਤਾ। ਉਹਨਾਂ ਨੇ ਵੀ ਕਿਹਾ ਕਿ ਮਨੋਵਿਗਿਆਨ ਜੋ ਹੈ ਉਹ ਵਿਵਹਾਰ ਦਾ ਵਿਗਿਆਨ ਹੈ, ਆਪਣੇ ਮਨੁੱਖੀ ਬਿਹੇਵੀਅਰ ਦਾ ਵਿਗਿਆਨ ਹੈ। ਠੀਕ ਹੈ। ਇਸ ਤੋਂ ਬਾਅਦ ਡੈਫੀਨੇਸ਼ਨਸ ਆਉਂਦੀਆਂ ਮਨੋਵਿਗਿਆਨ ਨੂੰ ਲੈ ਕੇ ਕਿ ਮਨੋਵਿਗਿਆਨ ਉੱਪਰ ਕੀ ਕੀ ਜੋ ਹੈ ਮਨੋਵਿਗਿਆਨੀਆਂ ਨੇ ਵਿਚਾਰ ਦਿੱਤੇ, ਕਿਉਂਕਿ ਆਤਮਾ ਜੋ ਹੈ, ਆਤਮਾ ਦੀ ਥਿਊਰੀ ਔਰ ਮਨ ਦੀ ਥਿਊਰੀ ਔਰ ਚੇਤਨਾ ਦੀ ਥਿਊਰੀ, ਇਹ ਸਾਰੀਆਂ ਤਿੰਨੇ ਅਵੈਧ ਹੋ ਗਈਆਂ। ਹੁਣ ਮਨੋਵਿਗਿਆਨ ਵਿਵਹਾਰ ਦਾ ਵਿਗਿਆਨ ਰਹਿ ਗਿਆ। ਵੋਟਸਨ ਜੋ ਵਿਵਹਾਰ ਦਾ ਵਿਗਿਆਨ ਦਾ ਪ੍ਰਤੀਪਾਦਕ ਸੀ, ਉਸਨੇ ਕੀ ਕਿਹਾ, ਜਿਵੇਂ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਵੋਟਸਨ ਨੂੰ ਆਪਣੀ ਥਿਊਰੀ ਤੇ ਇੰਨਾ ਕੌਨਫੀਡੈਂਸ ਸੀ ਕਿ ਉਹ ਕਹਿੰਦਾ ਜੇ ਤੁਸੀਂ ਮੈਨੂੰ ਇੱਕ ਬੱਚਾ ਦਿਓਗੇ ਤਾਂ ਤੁਸੀਂ ਜੋ ਉਹਨੂੰ ਚਾਹੋਗੇ ਤਾਂ ਮੈਂ ਉਹਨੂੰ ਉਹੀ ਬਣਾ ਦਿਆਂਗਾ। ਅਗਰ ਤੁਸੀਂ ਕਹੋਗੇ ਕਿ ਉਹਨੂੰ ਡਾਕਟਰ ਬਣਾਉਣਾ ਹੈ, ਉਹਨੂੰ IAS ਬਣਾਉਣਾ ਹੈ, ਉਹਨੂੰ IPS ਬਣਾਉਣਾ ਹੈ ਜਾਂ ਉਹਨੂੰ ਆਰਮੀ ਦੇ ਵਿੱਚ ਜੁਆਇਨ ਕਰਵਾਉਣਾ ਹੈ ਤਾਂ ਤੁਸੀਂ ਮੈਨੂੰ ਬੱਚਾ ਸ਼ੁਰੂ ਤੋਂ ਹੀ ਦੇ ਜਾਓ। ਠੀਕ ਹੈ। ਇਹ ਵੋਟਸਨ ਨੂੰ ਆਪਣੀ ਥਿਊਰੀ ਤੇ ਇੰਨਾ ਵਿਸ਼ਵਾਸ ਸੀ। ਉਸ ਤੋਂ ਬਾਅਦ ਵੁਡਵੋਰਥ ਹੋਇਆ, ਵੁੱਡ ਨਹੀਂ ਹੈ, ਟਾਈਪਿੰਗ ਐਰਰ ਹੈ, ਵੁੱਡ ਹੈ, ਵਵੇ ਨਾਲ ਹੈ, ਵੁਡਵਰਥ। ਠੀਕ ਹੈ। ਵੁਡਵੋਰਥ ਨੇ ਕੀ ਕਿਹਾ ਕਿ ਮਨੋਵਿਗਿਆਨ ਨੇ ਪਹਿਲੇ ਆਪਣੀ ਆਤਮਾ ਨੂੰ ਛੱਡ ਦਿੱਤਾ, ਫਿਰ ਆਪਣੇ ਮਨ ਨੂੰ ਛੱਡ ਦਿੱਤਾ, ਮਨ ਨੂੰ ਛੱਡਣ ਤੋਂ ਬਾਅਦ ਆਪਣੇ ਹੋਸ਼ ਨੂੰ ਛੱਡ ਕੇ ਚੇਤਨਾ ਹੈ। ਠੀਕ ਹੈ। ਤੇ ਅੱਜ ਮਨੋਵਿਗਿਆਨ ਵਿਵਹਾਰ ਦਾ ਵਿਗਿਆਨ ਹੈ। ਇਹ ਡੈਫੀਨੇਸ਼ਨ ਜੋ ਹੈ ਵੁਡਵੋਰਥ ਦੀ, ਇਹ ਸਾਰੀ ਜੋ ਮਨੋਵਿਗਿਆਨ ਦੀ ਕਿੱਥੋਂ ਲੈ ਕੇ ਅੱਜ ਤੱਕ ਕਿੱਥੇ ਪਹੁੰਚੀ ਹੈ ਉਹਦੇ ਬਾਰੇ ਆਪਾਂ ਨੂੰ ਡਿਫਾਈਨ ਕਰਦੀ ਹੈ। ਅਗਰ ਤੁਸੀਂ ਇਹਨੂੰ ਹੀ ਯਾਦ ਰੱਖ ਲਓਗੇ ਤਾਂ ਮਨੋਵਿਗਿਆਨ ਦੀ ਜੋ ਥਿਊਰੀ ਮੈਂ ਹੁਣ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੱਸੀ ਹੈ ਉਹ ਤੁਹਾਨੂੰ ਬਹੁਤ ਈਜ਼ੀਲੀ ਯਾਦ ਰਹੇਗੀ ਕਿ ਮਨੋਵਿਗਿਆਨ ਨੇ ਕੀ ਕੀਤਾ ਕਿ ਪਹਿਲੇ ਆਪਣੀ ਨੂੰ ਤਿਆਗ ਦਿੱਤਾ, ਆਤਮਾ ਨੂੰ ਤਿਆਗਣ ਤੋਂ ਬਾਅਦ ਆਪਣੀ ਮਨ ਨੂੰ ਵੀ ਤਿਆਗ ਦਿੱਤਾ। ਹੁਣ ਕੀ ਹੋਇਆ, ਮਨ ਨੂੰ ਤਿਆਗਣ ਤੋਂ ਬਾਅਦ ਆਪਣੀ ਚੇਤਨਾ, ਜਿਸ ਨੂੰ ਹੋਸ਼ ਕਿਹਾ, ਜਿਹਨੂੰ ਕੌਨਸ਼ੀਅੰਸ ਕਹਿੰਦੇ ਆ, ਉਹਨੂੰ ਵੀ ਤਿਆਗ ਦਿੱਤਾ। ਤੇ ਅੱਜ ਮਨੋਵਿਗਿਆਨ ਕੀ ਹੈ, ਵਿਵਹਾਰ ਦਾ ਵਿਗਿਆਨ ਹੈ। ਠੀਕ ਹੈ। ਜਿਵੇਂ ਪਹਿਲਾਂ ਮਨੋਵਿਗਿਆਨ ਨੂੰ ਆਤਮਾ ਦਾ ਵਿਗਿਆਨ, ਫਿਰ ਮਨ ਦਾ ਵਿਗਿਆਨ, ਫਿਰ ਚੇਤਨਾ ਦਾ ਵਿਗਿਆਨ, ਹੁਣ ਵਿਵਹਾਰ ਦਾ ਵਿਗਿਆਨ ਕਿਹਾ ਜਾਂਦਾ ਹੈ। ਸੋ ਅੱਗੇ ਦੇਖਦੇ ਹਾਂ। ਇੱਕ ਕ੍ਰੋ ਔਰ ਕ੍ਰੋ, ਇਹਨਾਂ ਉੱਪਰ ਕੁਐਸਚਨ ਬਹੁਤ ਸਾਰੇ ਐਗਜ਼ਾਮ ਦੇ ਵਿੱਚ ਆਇਆ ਹੈ ਕਿ ਕ੍ਰੋ ਔਰ ਕ੍ਰੋ ਨੇ ਮਨੋਵਿਗਿਆਨ ਦੇ ਉੱਪਰ ਕੀ ਕਿਹਾ। ਮਨੋਵਿਗਿਆਨ ਜੋ ਹੈ ਮਨੁੱਖੀ ਵਿਵਹਾਰ ਅਤੇ ਮਨੁੱਖੀ ਸੰਬੰਧਾਂ ਦਾ ਅਧਿਐਨ ਹੈ। ਜੋ ਆਪਣੀ ਸਾਈਕੋਲੋਜੀ ਹੈ ਉਹ ਮਨੁੱਖੀ ਵਿਵਹਾਰ, ਵਿਵਹਾਰ ਮਤਲਬ ਬਿਹੇਵੀਅਰ, ਅਤੇ ਮਨੁੱਖੀ ਸੰਬੰਧਾਂ ਦਾ ਅਧਿਐਨ ਮਤਲਬ ਮਨੁੱਖ ਦੇ ਜੋ ਸਮਾਜ ਦੇ ਵਿੱਚ ਕਿਸੇ ਨਾਲ ਸੰਬੰਧ ਆ, ਜਿਵੇਂ ਪਰਿਵਾਰਕ ਸੰਬੰਧ ਹੋ ਜਾਂਦੇ ਆ, ਪੀਅਰ ਗਰੁੱਪ ਵਿੱਚ ਆਪਣੇ ਸੰਬੰਧ ਹੁੰਦੇ ਆ, ਫਰੈਂਡਸ ਦੇ ਨਾਲ ਜੋ ਸਰਕਲ ਹੈ, ਜਾਂ ਆਪਾਂ ਟੀਚਰ ਬਣ ਰਹੇ ਹਾਂ ਤਾਂ ਆਪਣੇ ਟੀਚਰ ਜੋ ਹੈ ਨਾਲ ਦੇ ਸਾਥੀ ਟੀਚਰ ਆ, ਉਹਨਾਂ ਨਾਲ ਆਪਾਂ ਕਿਵੇਂ ਬਿਹੇਵੀਅਰ ਕਰ ਰਹੇ ਹਾਂ। ਮਤਲਬ ਮਨੁੱਖ ਦੇ ਜੋ ਸਮਾਜ ਦੇ ਵਿੱਚ ਸੰਬੰਧ ਆ ਉਹਨਾਂ ਦਾ ਅਧਿਐਨ ਕਰਦਾ ਹੈ।
ਇਹ ਕਰੋ ਨੇ ਡੈਫੀਨੇਸ਼ਨ ਦਿੱਤੀ ਹੈ। ਇਹ ਡੈਫੀਨੇਸ਼ਨ ਹੀ ਡਾਇਰੈਕਟ ਲਿਖੀ ਆ ਜਾਂਦੀ ਹੈ ਐਗਜ਼ਾਮ ਦੇ ਵਿੱਚ ਕਿ ਇਹ ਡੈਫੀਨੇਸ਼ਨ ਕਿਸ ਨੇ ਦਿੱਤੀ ਹੈ। ਮਨੋਵਿਗਿਆਨ ਮਨੁੱਖ ਵਿਵਹਾਰ ਅਤੇ ਮਨੁੱਖੀ ਸੰਬੰਧਾਂ ਦਾ ਅਧਿਐਨ ਹੈ। ਕਰੋ ਨੇ ਕਿਹਾ ਹੈ। ਇਸ ਤੋਂ ਬਾਅਦ ਗਨ ਦੇ ਅਨੁਸਾਰ ਆਧੁਨਿਕ ਮਨੋਵਿਗਿਆਨ ਜੋ ਹੁਣ ਦੇ ਸਮੇਂ ਵਿੱਚ ਮਨੋਵਿਗਿਆਨ ਸਾਈਕੋਲੋਜੀ ਜੋ ਚੱਲ ਰਹੀ ਹੈ ਉਹ ਵਿਵਹਾਰ ਦੀ ਵਿਗਿਆਨਿਕ ਖੋਜ ਨਾਲ ਸੰਬੰਧਿਤ ਹੈ। ਸੇਮ ਜੋ ਵਾਟਸਨ ਨੇ ਕਿਹਾ ਉਹੀ ਡੈਫੀਨੇਸ਼ਨ ਗਨ ਨੇ ਵੀ ਦੇ ਦਿੱਤੀ ਕਿ ਮਨੋਵਿਗਿਆਨ ਜੋ ਸਾਈਕੋਲੋਜੀ ਹੈ ਉਹ ਮਨ ਦੇ ਵਿਵਹਾਰ ਨਾਲ ਵਿਵਹਾਰ ਜੋ ਮਨੁੱਖੀ ਵਿਵਹਾਰ ਦੇ ਨਾਲ ਸੰਬੰਧਿਤ ਹੈ। ਇਸ ਤੋਂ ਬਾਅਦ ਸਕਿਨਰ ਨੇ ਕਿਹਾ ਜੋ ਆਪਣੇ ਲਈ ਇੰਪੋਰਟੈਂਟ ਹੋ ਜਾਂਦੀ ਹੈ ਟੀਚਰਸ ਜੋ ਹੈ ਕਿਉਂਕਿ ਇਹ ਟੀਚਰ ਬਾਰੇ ਇਹਨੇ ਡੈਫੀਨੇਸ਼ਨ ਦਿੱਤੀ ਹੈ ਸੋ ਇਹਦੇ ਚਾਂਸ 50-50 ਬਣ ਜਾਂਦੇ ਆ ਕਿ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ। ਸਕਿਨਰ ਨੇ ਕੀ ਕਿਹਾ ਕਿ ਸਿੱਖਿਆ ਮਨੋਵਿਗਿਆਨ ਅਧਿਆਪਕਾਂ ਦੀ ਤਿਆਰੀ ਦਾ ਨੀਂਹ ਪੱਥਰ ਹੈ। ਹੁਣ ਅਧਿਆਪਕਾਂ ਦੀ ਤਿਆਰੀ ਦਾ ਨੀਂਹ ਪੱਥਰ ਕਿਵੇਂ ਹੈ? ਅਗਰ ਕੋਈ ਜੋ ਐਸਪੀਰੈਂਟ ਹੈ ਜਾਂ ਕੋਈ ਮਨੁੱਖ ਟੀਚਰ ਬਣਨ ਜਾ ਰਿਹਾ ਹੈ ਅਗਰ ਉਹਨੂੰ ਐਜੂਕੇਸ਼ਨਲ ਸਾਈਕੋਲੋਜੀ ਨਹੀਂ ਪਤਾ ਤਾਂ ਉਹ ਬੱਚਿਆਂ ਨਾਲ ਡੀਲ ਹੀ ਨਹੀਂ ਕਰ ਪਾਏਗਾ ਕਿ ਬੱਚੇ ਕਿਵੇਂ ਸਿੱਖਦੇ ਆ, ਕੀ ਉਹਨਾਂ ਦਾ ਬੈਕਗਰਾਉਂਡ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ, ਕਿਵੇਂ ਉਹਨਾਂ ਨੂੰ ਕਿਸ ਮੈਥਡ ਨਾਲ ਟੀਚ ਕਰਨਾ ਚਾਹੀਦਾ ਹੈ। ਕੱਲ ਮੈਂ ਇੱਕ ਕੁਐਸਚਨ ਪੁੱਛਿਆ ਸੀ CDP ਦੇ ਲੈਕਚਰ ਦੇ ਵਿੱਚ ਕਿ ਤੁਸੀਂ ਪ੍ਰੀ ਪ੍ਰਾਇਮਰੀ ਟੀਚਰ ਬਣਨ ਜਾ ਰਹੇ ਹੋ ਬੱਚਿਆਂ ਨੂੰ ਕਿਸ ਮੈਥਡ ਨਾਲ ਪੜਾਓਗੇ? ਕਈਆਂ ਨੇ ਕਿਹਾ ਡਿਸਕਸ਼ਨ ਮੈਥਡ ਨਾਲ। ਸੋ ਡਿਸਕਸ਼ਨ ਮੈਥਡ ਉੱਥੇ ਯੂਜ਼ ਹੁੰਦਾ ਹੈ ਜਿੱਥੇ ਆਪਣੇ ਬੱਚੇ ਜੋ ਹੈ ਸਮਝ ਦੇ ਅਕੋਰਡਿੰਗ ਆਪਾਂ ਨੂੰ ਰਿਪਲਾਈ ਵੀ ਕਰ ਸਕਣ ਜੋ ਉਹਨਾਂ ਦੀ ਸਮਝ ਹੈ। ਅਗਰ ਤੁਸੀਂ ਪ੍ਰੀ ਪ੍ਰਾਇਮਰੀ ਦੇ ਟੀਚਰ ਬਣ ਰਹੇ ਹੋ ਤਾਂ ਉੱਥੇ ਬੱਚਾ ਕੀ ਸਮਝਦਾ ਹੈ, ਕਿੰਨਾ ਕੁ ਸਮਝਦਾ ਹੈ? ਕੁਝ ਵੀ ਨਹੀਂ, ਸਿਰਫ ਉਹਦਾ ਧਿਆਨ ਹੁੰਦਾ ਖੇਡਣ ਦੇ ਵੱਲ। ਇਸ ਲਈ ਜੋ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਸਕੂਲ ਦੇ ਵਿੱਚ ਹੈ ਪਲੇਵੇ ਮੈਥਡ ਔਰ ਸਟੋਰੀ ਟੈਲਿੰਗ ਮੈਥਡ ਦੇ ਨਾਲ ਹੀ ਸਿਖਾਇਆ ਜਾ ਸਕਦਾ ਹੈ। ਅਗਰ ਤੁਹਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਆਉਂਦਾ ਹੈ ਕਿ ਪ੍ਰੀ ਪ੍ਰਾਇਮਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਕਿਸ ਮੈਥਡ ਦੇ ਨਾਲ ਟੀਚ ਕੀਤਾ ਜਾਏ ਤਾਂ ਉਹਦਾ ਕਰੈਕਟ ਆਨਸਰ ਹੈ ਪਲੇਵੇ ਮੈਥਡ ਔਰ ਸਟੋਰੀ ਟੈਲਿੰਗ ਮੈਥਡ। ਮਤਲਬ ਕਹਾਣੀਆਂ ਸੁਣਾ ਕੇ, ਕਵਿਤਾਵਾਂ ਸੁਣਾ ਕੇ, ਸਟੋਰੀਆਂ ਦੇ ਵਿੱਚ ਕਿਉਂਕਿ ਬੱਚੇ ਦਿਲਚਸਪੀ ਜੋ ਹੈ ਜ਼ਿਆਦਾ ਲੈਂਦੇ ਆ ਔਰ ਖੇਡਾਂ ਦੇ ਵਿੱਚ ਕਿਉਂਕਿ ਉਹਨਾਂ ਨੂੰ ਕੋਈ ਨਾ ਕੋਈ ਐਕਟੀਵਿਟੀ ਕਰਨ ਦੇ ਇੰਨਾ ਚਾਅ ਹੁੰਦਾ ਹੈ ਕਿ ਉਹ ਸਾਰਾ ਦਿਨ ਲੱਗੇ ਰਹਿਣ। ਜਿਵੇਂ ਮਿੱਟੀ ਦੇ ਵਿੱਚ ਛੋਟੇ ਬੱਚੇ ਆਪਾਂ ਖੇਡਦੇ ਵੇਖੇ ਆ, ਉਹ ਕੋਈ ਨਾ ਕੋਈ ਐਕਟੀਵਿਟੀ ਕਰਦੇ ਰਹਿੰਦੇ ਆ। ਖਿਡੌਣੇ ਆਪਾਂ ਬੱਚੇ ਨੂੰ ਦਿੰਦੇ ਆ ਸ਼ੁਰੂ ਦੇ ਵਿੱਚ। ਸੋ ਆਪਾਂ ਇਹ ਲਾਈਫ ਦੇ ਵਿੱਚ ਜੋ ਬੱਚੇ ਆਪਾਂ ਵੇਖੇ ਆ, ਆਪਾਂ ਖੁਦ ਵੀ ਬੱਚੇ ਰਹੇ ਆ, ਆਪਾਂ ਨੂੰ ਹਾਲਾਂਕਿ ਆਪਣਾ ਬਚਪਨ ਇੰਨਾ ਯਾਦ ਨਹੀਂ, ਕੁਝ ਯਾਦ ਹੈ, ਲੇਕਿਨ ਆਪਾਂ ਆਸ ਪੜੋਸ ਦੇ ਵਿੱਚ ਜਾਂ ਘਰਾਂ ਦੇ ਵਿੱਚ ਤਾਂ ਬੱਚੇ ਵੇਖਦੇ ਹੀ ਆ ਕਿ ਬੱਚੇ ਕਿਵੇਂ ਡਿਵੈਲਪਮੈਂਟ ਕਰ ਰਹੇ ਆ। ਸੋ ਇਹ ਜੋ ਹੈ ਜੀਵਨ ਦੇ ਵਿੱਚ ਹੀ ਆਪਣੇ ਇੰਪਲੀਮੈਂਟ ਹੁੰਦੇ ਆ। ਕੋਈ ਵੀ ਸਬਜੈਕਟ ਜੋ ਆਪਾਂ ਪੜ੍ਹ ਰਹੇ ਹਾਂ ਉਹ ਆਪਣੇ ਜੀਵਨ ਦੇ ਨਾਲ ਜੇ ਸੰਬੰਧਿਤ ਨਹੀਂ ਹੈ ਤਾਂ ਉਹਨੂੰ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈ। ਸੋ ਜਿੰਨੇ ਵੀ ਸਬਜੈਕਟ ਆ ਉਹ ਆਪਣੇ ਲਾਈਫ ਦੇ ਨਾਲ ਅਟੈਚ ਹੁੰਦੇ ਆ ਜ਼ਿਆਦਾ ਮੋਸਟਲੀ। ਠੀਕ ਹੈ, ਹੁਣ ਇਹ ਕੱਟਿਆ ਗਿਆ PDF ਜਦੋਂ ਬਣੀ ਹੈ ਕਿ ਸਿੱਖਿਆ ਮਨੋਵਿਗਿਆਨ ਜੋ ਹੈ ਉਹ ਆਪਣੇ ਲਈ ਪੜ੍ਹਨਾ ਕਿਉਂ ਜ਼ਰੂਰੀ ਹੈ। ਉੱਪਰ ਇਹਦੇ ਹੀ ਲਿਖਿਆ ਸੀ ਸਿੱਖਿਆ ਮਨੋਵਿਗਿਆਨ ਦੀ ਜੋ ਪ੍ਰਕਿਰਤੀ ਹੈ ਉਹ ਵਿਗਿਆਨਿਕ ਹੈ। ਠੀਕ ਹੈ, ਮਤਲਬ ਇਹ ਸਾਇੰਟੀਫਿਕ ਹੈ। ਸਾਇੰਟੀਫਿਕ ਕੋਈ ਚੀਜ਼ ਉਦੋਂ ਹੁੰਦੀ ਹੈ ਜਦੋਂ ਆਪਾਂ ਉਹਦੇ ਸੰਬੰਧੀ ਕੁਝ ਚੀਜ਼ਾਂ ਨੂੰ ਦੀ ਖੋਜ ਕਰਦੇ ਹਾਂ। ਅਗਰ ਮੰਨ ਕੇ ਚੱਲੋ ਕੋਈ ਕਹਿ ਦੇ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ, ਆਪਾਂ ਯਕੀਨ ਕਿਵੇਂ ਕਰਾਂਗੇ? ਕਿਉਂਕਿ ਉਹਨਾਂ ਨੂੰ ਉਸ ਚੀਜ਼ ਨੂੰ ਸਾਇੰਟਿਸਟ ਨੇ ਪ੍ਰੂਵ ਕਰ ਦਿੱਤਾ ਹੈ। ਪਹਿਲਾਂ ਤਾਂ ਇਹ ਸੀ ਕਿ ਸੂਰਜ ਧਰਤੀ ਦੇ ਦੁਆਲੇ ਘੁੰਮ ਰਿਹਾ, ਇਸ ਲਈ ਦਿਨ ਔਰ ਰਾਤ ਬਣ ਰਿਹਾ, ਲੇਕਿਨ ਇਸ ਥਿਊਰੀ ਨੂੰ ਪਲਟ ਕੇ ਵਿਗਿਆਨਕਾਂ ਨੇ ਕੀ ਕੀਤਾ, ਨਵੀਂ ਖੋਜ ਕਰ ਲਈ। ਵਿਗਿਆਨਕਾਂ ਨੇ ਕਿਹਾ ਕਿ ਸੂਰਜ ਸਥਿਰ ਹੈ, ਧਰਤੀ ਉਸ ਦੇ ਆਲੇ ਦੁਆਲੇ ਤੇ ਹੋਰ ਬਾਕੀ ਗ੍ਰਹਿ ਸੂਰਜ ਦੇ ਆਲੇ ਦੁਆਲੇ ਘੁੰਮ ਰਹੇ ਆ। ਇਸ ਲਈ ਮਨੋਵਿਗਿਆਨ ਜੋ ਹੈ ਉਹ ਇੱਕ ਵਿਗਿਆਨਿਕ ਵਿਸ਼ਾ ਹੈ। ਇਹਦੀਆਂ ਜੇਕਰ ਆਪਾਂ ਵਿਗਿਆਨਿਕ ਖੋਜਾਂ ਦੀ ਗੱਲ ਕਰੀਏ ਤਾਂ ਵਾਈਗੋਸਟਕੀ ਹੋ ਗਿਆ, ਪਿਆਜੇ ਹੋ ਗਿਆ, ਵਾਟਸਨ ਹੋ ਗਿਆ, ਕੋਲਬਰਗ ਹੋ ਗਿਆ, ਗੈਸਟਲਵਾਦੀ ਹੋ ਗਏ, ਉਹਨਾਂ ਨੇ ਅਲੱਗ-ਅਲੱਗ ਡਿਫਾਈਨ ਕੀਤਾ ਹੈ ਆਪਣੇ, ਉਹਨਾਂ ਨੇ ਪ੍ਰਯੋਗ ਕੀਤੇ ਆ ਪ੍ਰਯੋਗਸ਼ਾਲਾ ਦੇ ਵਿੱਚ। ਕੁਝ ਨੇ ਆਪਣੇ ਬੱਚਿਆਂ ਉੱਪਰ ਟਰਾਈ ਕੀਤਾ, ਕੁਝ ਨੇ ਚੂਹੇ ਤੇ, ਕੁਝ ਨੇ ਬਿੱਲੀ ਤੇ, ਕੁਝ ਨੇ ਕੁੱਤੇ ਤੇ। ਸੋ ਇਹ ਵਿਗਿਆਨਿਕ ਇਸ ਲਈ ਹੈ ਕਿਉਂਕਿ ਇਸ ਦੇ ਨਾਲ ਹੀ ਇਸ ਦੇ ਵਿੱਚ ਨਿਯਮਾਂ ਤੇ ਸਿਧਾਂਤਾਂ ਦੀ ਵੀ ਵਰਤੋਂ ਹੁੰਦੀ ਹੈ। ਸਾਇੰਸ ਦੇ ਵਿੱਚ ਆਪਾਂ ਦੇਖਦੇ ਹਾਂ ਅਗਰ ਕੋਈ ਚੀਜ਼ ਦੀ ਖੋਜ ਹੋ ਰਹੀ ਹੈ ਤਾਂ ਉਹਦੇ ਨਾਲ ਕੀ ਆ, ਕੁਝ ਨਿਯਮ ਬੱਧੇ ਜਾਂਦੇ ਆ ਕਿ ਇਹ ਚੀਜ਼ ਐਵੇਂ ਹੀ ਹੋਏਗੀ।
ਸੂਰਜ ਗ੍ਰਹਿਣ ਆਪਾਂ ਕਿਵੇਂ ਹੁਣ ਭਵਿੱਖਬਾਣੀ ਕਰਦੇ ਹਾਂ ਕਿ ਸੂਰਜ ਗ੍ਰਹਿਣ ਐਵੇਂ ਹੀ ਇਸ ਸਮੇਂ ਲੱਗੇਗਾ, ਜਾਂ ਚੰਨ ਗ੍ਰਹਿਣ ਇਸ ਸਮੇਂ ਲੱਗੇਗਾ, ਜਾਂ ਸਮੁੰਦਰ ਜਵਾਰ ਭਾਟਾ ਉੱਠਦਾ ਹੈ ਤਾਂ ਉਹ ਕਦੋਂ ਉੱਠ ਰਿਹਾ ਹੈ। ਸੁਨਾਮੀ ਬਾਰੇ ਆਪਾਂ ਕਿੰਨੀਆਂ ਸਾਰੀਆਂ ਖੋਜਾਂ ਕਰ ਲਈਆਂ ਕਿ ਸੁਨਾਮੀ ਇਸ ਟਾਈਮ ਆਏਗੀ। ਪੱਛਮੀ ਬੰਗਾਲ ਦੇ ਵਿੱਚ ਜੋ ਆਇਆ ਸਟਰੋਮ ਜਾਂ ਚੱਕਰਵਾਤ ਜਾਂ ਸੁਨਾਮੀ ਜੋ ਵੀ ਕਹਿ ਲਈਏ, ਉਸ ਦੀ ਆਪਾਂ ਪਹਿਲਾਂ ਹੀ ਦੱਸਤਾ ਕਿ ਇਹ ਇਸ ਟਾਈਮ ਆ ਰਹੀ ਹੈ। ਸੋ ਇਹ ਨਿਯਮ ਅਤੇ ਸਿਧਾਂਤ ਜੋ ਹੈ ਸਾਈਕੋਲੋਜੀ ਤੇ ਵੀ ਅਪਲਾਈ ਹੁੰਦੇ ਆ, ਇਸ ਲਈ ਇਸ ਨੂੰ ਵਿਗਿਆਨਿਕ ਵਿਸ਼ਾ ਕਹਿ ਦਿੱਤਾ ਜਾਂਦਾ ਹੈ। ਕਿਸੇ ਵੀ ਵਿਗਿਆਨਿਕ ਢੰਗ ਵਿੱਚ ਅਸੀਂ ਕੀ ਕਰਦੇ ਹਾਂ, ਕਿਸੇ ਚੀਜ਼ ਦਾ ਅਧਿਐਨ ਕਰਦੇ ਹਾਂ, ਮਤਲਬ ਉਸ ਚੀਜ਼ ਨੂੰ ਰੀਡ ਕਰਦੇ ਹਾਂ, ਉਸ ਚੀਜ਼ ਦਾ ਨਿਰੀਖਣ ਕਰਦੇ ਹਾਂ, ਉਸ ਨੂੰ ਆਬਜ਼ਰਵ ਕਰਦੇ ਹਾਂ, ਫਿਰ ਹੀ ਆਪਾਂ ਜਾ ਕੇ ਉਸ ਚੀਜ਼ ਦੇ ਉੱਪਰ ਪਹੁੰਚਦੇ ਹਾਂ ਅੰਤ ਤੱਕ ਸਿੱਟੇ ਤੇ। ਅਗਰ ਕਿਸੇ ਚੀਜ਼ ਨੂੰ ਮੈਂ ਪੜ੍ਹਿਆ ਹੀ ਨਹੀਂ ਤਾਂ ਮੈਂ ਕਿਵੇਂ ਕਹਿ ਸਕਦਾ ਕਿ ਇਸ ਦਾ ਸਿੱਟਾ ਇਹ ਨਿਕਲੇਗਾ। ਅਗਰ ਕਿਸੇ ਚੀਜ਼ ਨੂੰ ਆਪਾਂ ਕਨਕਲੂਡ ਕਰ ਰਹੇ ਹਾਂ ਤਾਂ ਉਸ ਲਈ ਆਪਾਂ ਨੂੰ ਜਾਣਨਾ ਪਏਗਾ ਕਿ ਇਸ ਦੇ ਨਿਯਮ ਕੀ ਆ। ਅਗਰ ਮੰਨ ਕੇ ਚੱਲੋ ਪੰਜਾਬੀ ਵਿੱਚ ਤੁਸੀਂ ਗ੍ਰਾਮਰ ਪੜ੍ਹੀ ਹੈ, ਗ੍ਰਾਮਰ ਦੇ ਕੁਝ ਨਿਯਮ ਹੁੰਦੇ ਆ, ਜਿਵੇਂ ਨਾਂਵ ਪੜ੍ਹਿਆ, ਪੜਨਾਂਵ ਪੜ੍ਹਿਆ, ਨਾਊਨ ਪ੍ਰਨਾਊਨ ਪੜ੍ਹਿਆ, ਤਾਂ ਉਸਦੇ ਕੁਝ ਨਿਯਮ ਨੇ ਕਿ ਇਹ ਚੀਜ਼ ਆਮ ਨਾਂਵ ਹੈ, ਇਹ ਖਾਸ ਨਾਂਵ ਹੈ, ਇਹ ਪ੍ਰੋਪਰ ਨਾਂਵ ਹੈ, ਠੀਕ ਹੈ। ਉਹ ਨਿਯਮ ਇਹਦੇ ਤੇ ਵੀ ਲਾਗੂ ਹੁੰਦੇ ਆ। ਫਿਰ ਕੀ ਹੈ, ਵਿਦਿਅਕ ਮਨੋਵਿਗਿਆਨ ਜੋ ਐਜੂਕੇਸ਼ਨਲ ਸਾਈਕੋਲੋਜੀ ਹੈ, ਵਿਦਿਅਕ ਸਥਿਤੀਆਂ ਵਿੱਚ ਵਿਅਕਤੀ ਦੇ ਵਿਵਹਾਰ ਦਾ ਅਧਿਐਨ ਕਰਦਾ ਹੈ। ਵਿਦਿਅਕ ਸਥਿਤੀਆਂ ਮਤਲਬ ਜੋ ਸਕੂਲ ਦੇ ਵਿੱਚ ਵਿਦਿਆਰਥੀ ਜੋ ਹੈ ਕੋਈ ਕਰ ਰਿਹਾ ਐਕਟੀਵਿਟੀ, ਉਹਦੇ ਬਾਰੇ ਜੋ ਹੈ ਅਧਿਐਨ ਕਰਦਾ ਹੈ। ਨਾਲ ਹੀ ਐਜੂਕੇਸ਼ਨ ਸਾਈਕੋਲੋਜੀ ਕੀ ਹੈ, ਮਨੁੱਖ ਦੇ ਵਿਵਹਾਰ ਦਾ ਵੀ ਅਧਿਐਨ ਕਰਦਾ ਹੈ। ਕਿਉਂਕਿ ਜੋ ਸਾਈਕੋਲੋਜੀ ਹੈ ਉਹ ਬੇਸਿਕਲੀ ਬਿਹੇਵੀਅਰ ਨਾਲ ਸੰਬੰਧਿਤ ਹੋ ਚੁੱਕੀ ਹੈ, ਇਸ ਤੋਂ ਬਾਅਦ ਕੋਈ ਅਗਲੀ ਥਿਊਰੀ ਨਹੀਂ ਆਈ ਹੈ। ਸੋ ਆਪਾਂ ਇਹੀ ਕਹਾਂਗੇ ਕਿ ਬੇਸਿਕਲੀ ਜੋ ਮਨੋਵਿਗਿਆਨ ਉਹ ਵਿਵਹਾਰ ਨਾਲ ਹੀ ਸੰਬੰਧਿਤ ਹੈ। ਸਾਈਕੋਲੋਜੀ ਮਨੋਵਿਗਿਆਨ ਕੀ ਹੈ, ਇੱਕ ਸਕਾਰਾਤਮਕ ਸਕੂਲ ਵਿਗਿਆਨ ਹੈ ਜਿਹੜਾ ਸਵਾਲਾਂ ਅਤੇ ਜਵਾਬਾਂ ਤੇ ਕੇਂਦਰਿਤ ਕਰਦਾ ਹੈ, ਜਿਵੇਂ ਕਿ ਕਦੋਂ, ਕਿਵੇਂ ਅਤੇ ਕਿੱਥੇ ਦੀ ਸਿੱਖਿਆ। ਠੀਕ ਹੈ। ਜੋ ਐਜੂਕੇਸ਼ਨਲ ਸਾਈਕੋਲੋਜੀ ਹੈ ਉਹ ਇੱਕ ਪੋਜ਼ਿਟਿਵ ਜੋ ਹੈ ਵਿਗਿਆਨ ਹੈ, ਪੋਜ਼ਿਟਿਵ ਸਾਇੰਸ ਹੈ, ਨੈਗੇਟਿਵ ਸਾਇੰਸ ਨਹੀਂ ਗੀ। ਕੋਈ ਚੀਜ਼ ਆਪਾਂ ਪੋਜ਼ਿਟਿਵ ਨੈਗੇਟਿਵ ਉਦੋਂ ਕਹਾਂਗੇ ਜਦੋਂ ਆਪਾਂ ਉਸਦੇ ਉੱਪਰ ਰਿਸਰਚ ਕੀਤੀ ਹੈ। ਠੀਕ ਹੈ। ਪੋਜ਼ਿਟਿਵ ਇਸ ਲਈ ਹੈ ਕਿਉਂਕਿ ਜਦੋਂ ਆਪਾਂ ਬੱਚੇ ਨੂੰ ਪੜ੍ਹਾਉਂਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਬੱਚੇ ਦਾ ਲਰਨਿੰਗ ਪਾਵਰ ਕੀ ਹੈ, ਉਹਦਾ ਲਰਨਿੰਗ ਪ੍ਰੋਸੈਸ ਕੀ ਹੈ, ਉਹਦੀ ਮੈਂਟਲ ਅਬਿਲਿਟੀ ਕੀ ਹੈ, ਬੱਚਾ ਕਿਸ ਮੈਥਡ ਨਾਲ ਸਿੱਖ ਰਿਹਾ ਜ਼ਿਆਦਾ, ਕਿ ਉਹਨੂੰ ਪਲੇਵੇ ਮੈਥਡ ਨਾਲ ਜ਼ਿਆਦਾ ਯਾਦ ਰਹਿ ਰਿਹਾ ਹੈ ਜਾਂ ਸਟੋਰੀ ਟੈਲਿੰਗ ਮੈਥਡ ਨਾਲ। ਅੱਗੇ ਜੇ ਆਪਾਂ ਪ੍ਰਾਇਮਰੀ ਜਾਂ ਅਪਰ ਪ੍ਰਾਇਮਰੀ ਦੀ ਗੱਲ ਕਰੀਏ, ਡਿਸਕਸ਼ਨ ਮੈਥਡ, ਲੈਕਚਰ ਮੈਥਡ, ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ। ਫਿਰ ਪਲੇ ਕਾਰਡ ਸ਼ੋਅ ਕਰਕੇ ਉਹਨੂੰ ਸਿਖਾਉਣਾ, ਜਾਂ ਹੋਰ ਕੋਈ ਚਾਰਟ ਵਗੈਰਾ ਸ਼ੋਅ ਕਰਕੇ ਬਲੈਕ ਬੋਰਡ ਤੇ ਸਿਖਾਉਣਾ, ਜਾਂ ਕੋਈ ਕੋ ਕਰਿਕੂਲਰ ਐਕਟੀਵਿਟੀ ਕਰਕੇ ਸਿਖਾਉਣਾ। ਇਹ ਸਾਰੀਆਂ ਚੀਜ਼ਾਂ ਕੀ ਕਰਦੀਆਂ, ਯਾਰ ਕੌਣ ਕਰ ਰਿਹਾ, ਇਹ ਸਾਰੀਆਂ ਚੀਜ਼ਾਂ। ਜ਼ੂਮ ਮੀਟਿੰਗ ਆਫਟਰ 10 ਮਿੰਟ ਆਫ ਹੋ ਜਾਏਗੀ, ਸੋ ਮੈਂ ਥੋੜਾ ਜਿਹਾ ਜਲਦੀ ਕਰ ਰਿਹਾ। ਜੋ ਸਾਈਕੋਲੋਜੀ ਮਨੋਵਿਗਿਆਨ ਹੈ ਅਤੀਤ ਦੀ ਬਜਾਏ ਵਰਤਮਾਨ ਘਟਨਾਵਾਂ ਦੇ ਉੱਪਰ ਹੀ ਸੰਬੰਧਿਤ ਹੈ। ਵੈਸੇ ਤਾਂ ਅਤੀਤ ਬਾਰੇ ਆਪਾਂ ਜਾਣਦੇ ਹਾਂ ਕਿ ਬੱਚੇ ਦਾ ਬੈਕਗਰਾਉਂਡ ਕੀ ਹੈ, ਲੇਕਿਨ ਬੇਸਿਕਲੀ ਆਪਾਂ ਵਰਤਮਾਨ ਸਥਿਤੀਆਂ ਦੇਖਦੇ ਹਾਂ ਕਿ ਬੱਚੇ ਦੀ ਮੈਂਟਲ ਅਬਿਲਿਟੀ ਕੀ ਹੈ, ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ। ਠੀਕ ਹੈ। ਕੌਣ ਕਰ ਰਿਹਾ ਇਹ? ਅਗਰ ਤੁਸੀਂ ਨਹੀਂ ਪੜ੍ਹਨਾ ਤਾਂ ਕਮ ਸੇ ਕਮ ਦੂਜਿਆਂ ਦੀ ਜੋ ਪੜ੍ਹ ਰਹੇ ਆ ਉਹਨਾਂ ਨੂੰ ਨਾ ਡਿਸਟਰਬ ਕਰੋ। ਕਮ ਸੇ ਕਮ ਇੰਨੀ ਅਕਲਮੰਦੀ ਹੋਣੀ ਚਾਹੀਦੀ ਆ ਜੋ ਬੰਦੇ ਟੀਚਰ ਬਣਨ ਜਾ ਰਹੇ ਆ। ਫਿਰ ਕੀ ਹੈ, ਅਧਿਆਪਕ ਲਈ ਐਜੂਕੇਸ਼ਨਲ ਸਾਈਕੋਲੋਜੀ ਦੀ ਕੀ ਉਪਯੋਗਿਤਾ ਹੈ, ਮਤਲਬ ਇਹਦਾ ਇੰਪੋਰਟੈਂਸ ਕੀ ਹੈ। ਇੱਕ ਤਾਂ ਇਹ ਹੈ ਜੋ ਸਵੈ ਪਛਾਣ ਦੇ ਵਿੱਚ ਮਦਦਗਾਰ ਹੈ। ਠੀਕ ਹੈ। ਮਤਲਬ ਖੁਦ ਬਾਰੇ ਜਾਣਨਾ। ਫਿਰ ਹੈ ਬੱਚੇ ਦੀ ਪਛਾਣ ਬਾਰੇ, ਬੱਚੇ ਦੀ ਮੈਂਟਲ ਅਬਿਲਿਟੀ, ਉਸਦੇ ਕੀ ਸਕਿੱਲਸ ਨੇ, ਕਿਹਦੇ ਵਿੱਚ ਉਹ ਜਲਦੀ ਸਿੱਖਦਾ ਹੈ। ਫਿਰ ਕੀ ਹੈ, ਅਧਿਆਪਕ ਦੇ ਨਜ਼ਰੀਏ ਨੂੰ ਵਧਾਉਂਦਾ ਹੈ, ਮਤਲਬ ਉਹਦੇ ਐਟੀਟਿਊਡ ਨੂੰ ਡਿਵੈਲਪ ਕਰਦਾ ਹੈ। ਠੀਕ ਹੈ। ਕਿਸੇ ਵੀ ਕਿਸਮ ਦੇ ਕਲਾਸਰੂਮ ਵਿੱਚ ਜੋ ਉਸਦੀਆਂ ਅਕੈਡਮਿਕ ਅਚੀਵਮੈਂਟ ਹੁੰਦੀਆਂ ਉਹਨਾਂ ਨੂੰ ਤਿਆਰ ਕਰਨ ਦੇ ਵਿੱਚ ਮਦਦ ਕਰਦਾ ਹੈ। ਮੰਨ ਕੇ ਚੱਲੋ ਕੋਈ ਬੱਚਾ ਫਸਟ ਆ ਰਿਹਾ ਹੈ ਜਾਂ ਸੈਕਿੰਡ ਆ ਰਿਹਾ ਹੈ ਜਾਂ ਬਿਲਕੁਲ ਹੀ ਲੋ ਹੈ, ਉਹ ਉਸਦੀਆਂ ਅਕੈਡਮਿਕ ਅਚੀਵਮੈਂਟ ਨੇ, ਉਹਨਾਂ ਨੂੰ ਪੇਸ਼ਕਾਰੀ ਕਰਨ ਲਈ ਜੋ ਹੈ ਐਜੂਕੇਸ਼ਨਲ ਸਾਈਕੋਲੋਜੀ ਹੈ
ਇੰਪੋਰਟੈਂਸ ਰੱਖਦੀ ਹੈ। ਠੀਕ ਹੈ, ਫਿਰ ਇਹ ਕੀ ਕਰਦਾ ਹੈ, ਬੱਚਿਆਂ ਪ੍ਰਤੀ ਪਿਆਰ, ਹਮਦਰਦੀ, ਸਮਾਨ ਸੋਚ ਅਤੇ ਅਪਣਾਉਣ ਵਿੱਚ ਮਦਦਗਾਰ ਹੈ। ਜੇਕਰ ਜੋ ਬੰਦਾ ਟੀਚਰ ਬਣਨ ਜਾ ਰਿਹਾ ਉਹਦੇ ਵਿੱਚ ਸਾਰੇ ਬੱਚਿਆਂ ਲਈ ਇਕੁਅਲ ਸੋਚ ਨਹੀਂ ਹੈ, ਕੁਝ ਬੱਚਿਆਂ ਲਈ ਜ਼ਿਆਦਾ ਪਿਆਰ ਹੈ, ਕੁਝ ਲਈ ਨਫ਼ਰਤ ਭਰ ਚੁੱਕੀ ਹੈ, ਤਾਂ ਉਹ ਬੰਦਾ ਕਦੇ ਵੀ ਸਹੀ ਤਰੀਕੇ ਨਾਲ ਟੀਚ ਨਹੀਂ ਕਰੇਗਾ। ਉਹ ਸਿਰਫ ਜੋ ਬੱਚੇ ਉਹਨੂੰ ਪਿਆਰੇ ਲੱਗਦੇ ਆ ਉਹਨਾਂ ਨੂੰ ਹੀ ਸਹੀ ਗਾਈਡ ਕਰੇਗਾ। ਜੇਕਰ ਉਹ ਬੱਚਾ ਉਸ ਤੋਂ ਕੁਐਸਚਨ ਪੁੱਛ ਰਿਹਾ ਹੈ ਤਾਂ ਸਿਰਫ ਉਸ ਦਾ ਹੀ ਆਨਸਰ ਦੇਗਾ, ਦੂਜੇ ਬੱਚੇ ਨੂੰ ਝੜਪ ਕੇ ਉਹਨੂੰ ਬਿਠਾ ਦੇਗਾ ਥੱਲੇ। ਇਸ ਲਈ ਟੀਚਰ ਲਈ ਜ਼ਰੂਰੀ ਹੈ ਕਿ ਸਭ ਦੇ ਲਈ ਪਿਆਰ, ਸਭ ਲਈ ਹਮਦਰਦੀ, ਸਭ ਲਈ ਇੱਕੋ ਜੀ ਸੋਚ, ਚਾਹੇ ਉਹ ਕਿਸੇ ਵੀ ਜਾਤੀ ਤੋਂ ਆ ਰਿਹਾ ਹੈ, ਕਿਸੇ ਵੀ ਆਰਥਿਕ ਪੱਖੋਂ ਉਹਦੀ ਸਥਿਤੀ ਕੀ ਹੈ ਜਾਂ ਕਿ ਪਰਿਵਾਰਿਕ ਪਿਛੋਕੜ ਕੀ ਹੈ, ਉਹ ਸਭ ਲਈ ਸਮਾਨ ਵਿਵਹਾਰ ਕਰਨਾ ਚਾਹੀਦਾ। ਬੱਚਿਆਂ ਦੇ ਸਰਵਪੱਖੀ ਵਿਕਾਸ ਮਤਲਬ ਉਹਦੀਆਂ ਸਾਰੀਆਂ ਚੀਜ਼ਾਂ ਦੀ ਡਿਵੈਲਪਮੈਂਟ ਕਰਨ ਲਈ ਅਧਿਆਪਕ ਨੂੰ ਮੈਥਡ ਦੱਸਦਾ ਹੈ ਕਿ ਕਿਵੇਂ ਅਧਿਆਪਕ ਨੂੰ ਟੀਚ ਕਰਨਾ ਚਾਹੀਦਾ ਹੈ, ਬੱਚਿਆਂ ਨੂੰ ਪ੍ਰੇਰਿਤ ਕਰਦਾ ਹੈ, ਬੱਚਿਆਂ ਨੂੰ ਮੋਟੀਵੇਟ ਕਰਦਾ ਹੈ। ਕੱਲ ਮੈਂ ਮੋਟੀਵੇਟ ਵਰਡ ਦਾ ਮੀਨਿੰਗ ਵੀ ਦੱਸਿਆ ਸੀ, ਹੁਣ ਵੀ ਦੱਸ ਦਿੰਦਾ ਕਿਉਂਕਿ ਕੁਝ ਬੱਚੇ ਨਵੇਂ ਜੁੜੇ ਆ। ਮੋਟੀਵੇਸ਼ਨ ਦਾ ਮਤਲਬ ਹੈ ਅਭਿਪ੍ਰੇਰਨਾ, ਜੋ ਮੋਟਮ ਵਰਡ ਤੋਂ ਬਣਿਆ ਹੈ। ਜੋ ਮੋਟਮ ਵਰਡ ਹੈ ਉਹ ਲੈਟਿਨ ਵਰਡ ਹੈ। ਮੋਟਮ ਦਾ ਮਤਲਬ ਹੈ ਟੂ ਮੂਵ, ਮਤਲਬ ਕਿਸੇ ਚੀਜ਼ ਨੂੰ ਗਤੀ ਦੇਣਾ। ਮੋਟਮ ਜੋ ਹੈ ਉਹ ਆਪਣੇ ਅੰਦਰੂਨੀ ਪ੍ਰਕਿਰਿਆ ਨਾਲ ਸੰਬੰਧਿਤ ਹੈ, ਬਾਹਰੀ ਪ੍ਰਕਿਰਿਆ ਨਾਲ ਨਹੀਂ। ਲੇਕਿਨ ਜੋ ਹੈ ਮੋਟੀਵੇਸ਼ਨ ਆਪਾਂ ਨੂੰ ਕਿਸੇ ਬਾਹਰਲੇ ਸਰੋਤ ਤੋਂ ਮਿਲ ਸਕਦੀ ਹੈ ਔਰ ਆਪਣੇ ਆਪ ਅੰਦਰੋਂ ਹੀ ਪੈਦਾ ਹੋ ਸਕਦੀ ਹੈ। ਇਹਦੇ ਸਰੋਤ ਦੋ ਹੋ ਸਕਦੇ ਆ, ਲੇਕਿਨ ਇਹ ਚੀਜ਼ ਅੰਦਰੂਨੀ ਹੈ। ਇਹ ਚੀਜ਼ ਮੈਂ ਕੱਲ ਨਹੀਂ ਦੱਸੀ ਸੀ, ਸੋ ਜਿਵੇਂ ਜਿਵੇਂ ਮਾਈਂਡ ਦੇ ਵਿੱਚ ਆਉਂਦਾ ਸੋ ਉਵੇਂ ਦੱਸਦਾ। ਮੁਲਾਂਕਣ ਦੇ ਨਵੇਂ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਮੁਲਾਂਕਣ ਕੀ ਹੁੰਦਾ ਹੈ ਕਿ ਇਵੈਲੂਏਸ਼ਨ ਕਰਨਾ, ਕਿ ਕਿਸੇ ਚੀਜ਼ ਨੂੰ ਆਪਾਂ ਵੈਲਿਊਏਸ਼ਨ ਇੱਕ ਤਰੀਕੇ ਨਾਲ ਨਹੀਂ ਕਰ ਸਕਦੇ। ਅਗਰ ਅਧਿਆਪਕ ਬਣ ਰਹੇ ਹਾਂ ਤਾਂ ਕੋਈ ਬੱਚਾ ਆਬਜੈਕਟਿਵ ਕੁਐਸਚਨ ਦੇ ਵਿੱਚ ਵਧੀਆ ਮਾਰਕਸ ਲਿਆ ਰਿਹਾ ਹੈ ਤਾਂ ਜ਼ਰੂਰੀ ਨਹੀਂ ਹੈ ਉਹ ਐਸੇ ਰਾਈਟਿੰਗ ਦੇ ਵਿੱਚ ਵੀ ਓਨੇ ਹੀ ਮਾਰਕਸ ਅੱਛੇ ਲਿਆਏ। ਠੀਕ ਹੈ, ਸੋ ਇਹੀ ਸੀ ਅੱਜ ਦੀ ਪੀਪੀਟੀ। ਇਸ ਤੋਂ ਬਾਅਦ ਅਗਰ ਕਿਸੇ ਨੇ ਕੁਝ ਸ਼ੇਅਰ ਕਰਨਾ ਹੈ ਜਾਂ ਕੋਈ ਕਿਸੇ ਨੂੰ ਦਿੱਕਤ ਆ ਰਹੀ ਹੈ ਸੋ ਪੁੱਛ ਸਕਦਾ ਹੈ। ਹੈਂਡ ਰੇਜ਼ ਕਰਿਓ 1 by 1, ਸਾਰੇ ਨਾ ਬੋਲਿਓ। ਮੈਂ ਮਿਊਟ ਕਰ ਰਿਹਾ, ਅਨਮਿਊਟ ਕਰ ਰਿਹਾ, ਸੌਰੀ। ਹਾਂਜੀ, ਹੈਂਡ ਰੇਜ਼ ਕਰ ਲਓ ਜਾਂ ਇੱਕ ਇੱਕ ਕਰਕੇ ਪੁੱਛ ਸਕਦੇ ਹੋ। ਰਜਨੀ ਬਾਜਵਾ। ਸਭ ਤੋਂ ਪਹਿਲਾਂ ਇੱਕ ਚੀਜ਼ ਮੈਂ ਪੁੱਛਣਾ ਚਾਹੁੰਦਾ, ਅਗਰ ਇਹ ਮੀਟਿੰਗ ਆਟੋਮੈਟਿਕ ਸ਼ਾਇਦ 5 ਮਿੰਟ ਬਾਅਦ ਕੱਟ ਹੋ ਜੇ ਤਾਂ ਤੁਸੀਂ ਕਲੈਰੀਫਿਕੇਸ਼ਨ ਲਈ ਹੋਰ ਮੀਟਿੰਗ ਚਾਹੁੰਦੇ ਹੋ ਜਾਂ ਕੱਲ ਦੀ ਜੂਮ ਮੀਟਿੰਗ ਵਿੱਚ ਹੀ ਕਲੈਰੀਫਿਕੇਸ਼ਨ ਕਰਨੀ ਹੈ? ਸੋ ਇਹ ਦੱਸ ਦਿਓ ਆਨਸਰ। ਬੋਲ ਸਕਦੇ ਹੋ ਸਾਰੇ। ਹਾਂਜੀ, ਓਕੇ ਓਕੇ। ਬਾਕੀ ਕੋਈ ਡਾਊਟ ਹੈ ਤਾਂ ਉਹ ਪੁੱਛ ਸਕਦਾ। ਰਜਨੀ ਬਾਜਵਾ ਅਨਮਿਊਟ ਕਰ, ਰਜਨੀ ਬਾਜਵਾ ਨੇ ਹੈਂਡ ਰੇਜ਼ ਕੀਤਾ ਹੈ, ਅਨਮਿਊਟ ਕਰਕੇ ਪੁੱਛ ਸਕਦੇ ਹੋ। मैं ये कहना चाहती कि कल का ना मैं लेक्चर लगा नहीं पाई थी और यूट्यूब तो मैं लगा सकती हूँ लेक्चर। ਕੱਲ ਵਾਲਾ ਐਕਚੁਅਲੀ ਲੈਕਚਰ ਜੋ ਸੀਡੀਪੀ ਦਾ ਹੈ ਉਹ ਰਿਕਾਰਡ ਨਹੀਂ ਹੋਇਆ, ਸੋ ਉਹ ਕਿਸੇ ਪਾਸਿਓਂ ਵੀ ਨਹੀਂ ਮਿਲੇਗਾ ਹੁਣ। ਉਹ ਮੈਂ ਖੁਦ ਹੀ ਲੇਟ 8 ਵਜੇ ਦਾ ਟਾਈਮ ਦਿੱਤਾ ਸੀ, ਮੈਂ ਖੁਦ ਲੇਟ ਹੋ ਗਿਆ ਔਰ ਜਲਦੀ ਜਲਦੀ ਵਿੱਚ ਰਿਕਾਰਡ ਕਰਨਾ ਹੀ ਭੁੱਲ ਗਿਆ। ਚਲੋ ਜਦੋਂ ਮਤਲਬ ਖਤਮ ਹੋਣ ਵਾਲੀ ਸੀ ਨਾ ਮੀਟਿੰਗ, ਮੈਂ ਉਦੋਂ ਅਟੈਂਡ ਕਰੀ ਕਿਉਂਕਿ ਉਸ ਟਾਈਮ ਮੈਂ ਬੁੱਕਸ ਦੇ ਵਿੱਚ ਉਹ ਸਾਈਕੋਲੋਜੀ ਪੜ੍ਹ ਰਹੀ ਸੀ। ਓਕੇ ਤੇ ਓਕੇ, ਪੜ੍ਹਦੇ ਟਾਈਮ ਦਾ ਪਤਾ ਨਹੀਂ ਲੱਗਿਆ, ਜਦੋਂ ਫੋਨ ਦੇਖਿਆ ਮੈਂ ਤਾਂ ਐਸਾ ਕੁਝ ਨਹੀਂ। ਚਲੋ ਕੋਈ ਨਹੀਂ। ਵੈਸੇ ਉਹ ਕੱਲ ਕੋਈ ਨਹੀਂ, ਕੱਲ ਵਾਲਾ ਲੈਕਚਰ ਇੱਕ ਵਾਰੀ ਫਿਰ ਤੋਂ ਲੈ ਲਾਂਗੇ, ਸ਼ਾਮ ਨੂੰ ਦੇਖਦੇ ਹਾਂ। ਬਾਕੀ ਹੋਰ ਕਿਸੇ ਦਾ ਡਾਊਟ? ਹਿੰਦੀ ਮੈਥ ਤਾਂ ਐਨਟੀਟੀ ਵਿੱਚ ਆ ਹੀ ਨਹੀਂ ਰਿਹਾ ਨਾ। ਤੁਸੀਂ ਕਿਸ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ? ਅੱਛਾ ਅੱਛਾ, ਚਲੋ ਵੈਸੇ ਤਾਂ ਮੈਂ ਵੀ ਕਰ ਰਿਹਾ ਪਟਵਾਰੀ ਦੀ, ਲੇਕਿਨ ਮੈਥ ਕਰਾਉਣਾ ਜੂਮ ਮੀਟਿੰਗ ਤੇ ਬਹੁਤ ਔਖਾ ਹੈ। ਉਹਦੇ ਲਈ ਬੋਰਡ ਵੀ ਚਾਹੀਦਾ ਨਾ। ਹਾਂਜੀ, ਤੁਸੀਂ ਟ੍ਰਿਕਸ ਬਾਰੇ ਜਾਣਕਾਰੀ ਲੈਣੀ ਹੈ ਮੈਥ ਈਜ਼ਲੀ ਵੇ ਨਾਲ ਔਰ ਜਲਦੀ ਹੋਏ ਤਾਂ YouTube ਤੇ ਕਾਫੀ ਸਾਰੀਆਂ ਵੀਡੀਓਜ਼ ਪਈਆਂ, ਕੋਈ ਸਰਚ ਕਰਕੇ ਦੇਖ ਲਓ, ਜੋ ਬੈਟਰ ਪੜ੍ਹਾ ਰਿਹਾ ਉਹਨੂੰ ਰੈਫਰ ਕਰ ਸਕਦੇ ਹੋ ਤੁਸੀਂ।
ਗੁਰਪ੍ਰੀਤ ਕੌਰ। ਗੁੱਡ ਮਾਰਨਿੰਗ ਸਰ। ਗੁੱਡ ਸਰ ਮਾਰਨਿੰਗ। ਮੈਂ ਕਹਿਣਾ ਸੀ ਕੱਲ ਸੀਡੀਪੀ ਦਾ ਲੈਕਚਰ ਨਾ ਮੇਰੇ ਤੋਂ ਕਲੀਅਰ ਨਹੀਂ ਹੋਇਆ। ਥੋੜਾ ਇੱਕ ਵਾਰੀ ਕੋਈ ਕਿਹਦੇ ਦੀ ਜ਼ੂਮ ਮੀਟਿੰਗ ਲੈ ਲਓਗੇ? ਹਾਂ ਸ਼ਾਮ ਨੂੰ ਦੇਖਦੇ ਹਾਂ ਜ਼ੂਮ ਮੀਟਿੰਗ, ਕਿਉਂਕਿ ਕਈਆਂ ਨੇ ਅਟੈਂਡ ਵੀ ਨਹੀਂ ਕੀਤਾ ਔਰ ਰਿਕਾਰਡ ਵੀ ਨਹੀਂ ਹੋਇਆ ਨਾ ਉਹ ਲੈਕਚਰ। ਸ਼ਾਮ ਨੂੰ ਦੇਖਦੇ ਹਾਂ। ਸਰ ਕਿਉਂਕਿ ਕੱਲ ਮੀਟਿੰਗ ਸਟਾਰਟਿੰਗ ਥੋੜੀ ਪ੍ਰੋਬਲਮ ਹੋਈ ਸੀ ਤੇ ਸਕਰੀਨ ਸ਼ੇਅਰ ਹੋ ਰਹੀ। ਕੱਲ ਮੈਂ ਸਕਰੀਨ ਤੇ ਕੁਝ ਸ਼ੇਅਰ ਕਰ ਹੀ ਨਹੀਂ ਰਿਹਾ ਸੀ, ਸਿਰਫ ਮੈਂ ਸਪੀਚ ਦੇ ਰਿਹਾ ਸੀ, ਲੈਕਚਰ ਦੇ ਰਿਹਾ ਸੀ। Vivo 4587 ਹੈਂਡ ਰੇਜ਼ ਕੀਤਾ ਸੀ। Vivo 4587 ਪ੍ਰੋਵਾਈਡ ਕਰ ਰਹੇ ਹੋ? ਕਿਸ ਚੀਜ਼ ਕੀ ਪੁੱਛਿਆ? ਨੋਟਸ ਵਗੈਰਾ ਪ੍ਰੋਵਾਈਡ ਕਰ ਰਹੇ ਹੋ ਸਰ? ਸਾਈਕੋਲੋਜੀ ਦੇ ਨੋਟਸ ਮਿਲ ਜਾਣਗੇ ਗਰੁੱਪ ਵਿੱਚ। ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲਓ ਸਾਰੇ। ਗਰੁੱਪ ਵੈਸੇ ਲਿੰਕ ਮੈਂ ਸ਼ੇਅਰ ਕਰਨਾ ਸੀ। ਹੁਣ ਤੁਸੀਂ ਕਿੱਥੋਂ ਜ਼ੂਮ ਮੀਟਿੰਗ ਜੁਆਇਨ ਕੀਤੀ ਹੈ? ਇੱਕ ਵਾਰੀ ਮੈਂ ਉੱਥੇ ਜਾਂ ਮੈਨੂੰ ਪਰਸਨਲੀ ਮੈਸੇਜ ਕਰ ਦਿਓ, ਮੈਂ ਲਿੰਕ ਸ਼ੇਅਰ ਕਰ ਦਾਂਗਾ। ਜ਼ੂਮ ਮੀਟਿੰਗ ਕਿੱਥੋਂ ਜੁਆਇਨ ਕੀਤੀ ਤੁਸੀਂ? ਹਾਂ ਉਹੀ ਗਰੁੱਪ ਤੇ ਮੇਰੇ ਨੰਬਰ ਤੋਂ ਹੀ ਮੈਸੇਜ ਗਿਆ ਨਾ, ਉਹੀ ਮੇਰਾ ਨੰਬਰ ਹੀ ਹੈ। ਹਾਂ ਬਸ ਹੁਣ ਮੈਂ ਦੱਸਤਾ ਨਾ ਫਿਰ। ਹਾਂ ਹਾਂ ਓਕੇ। ਹਾਂ ਗੁਰਪ੍ਰੀਤ ਕੌਰ। ओके गुरप्रीत कौर। हाँ जी सर मैंने बात कर ली आपसे। हैंड डाउन कर लो ना फिर। रजिंदर कौर। गुड मॉर्निंग। हाँ जी मैं हुण 2 घंटे नहीं दे पावांगा। इक्को वारी ही मीटिंग विच हिस्टरी और CDP करांगे, क्योंकि शाम नूं फिर खुद भी मैं पढ़ना हुंदा ना। जो भी टाइम होएगा एक बारी टाइम ते होर वोटिंग करवा लेने हैं, क्योंकि मीटिंग थोड़ी लंबी चल रही है ना, 1 घंटे दी नहीं हो रही, 2 घंटे दी हो रही है। ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲਿਓ, ਉਹਦੇ ਤੇ ਆਪਾਂ VOTING ਕਰਵਾ ਲਾਂਗੇ ਕਿ ਕਿਹੜਾ ਟਾਈਮ ਸਭ ਨੂੰ ਬੈਟਰ ਰਹਿ ਰਿਹਾ। ਸੋ ਬਾਕੀ ਦੇਖਦੇ ਹਾਂ। ਹਾਂ ਹਾਂ ਗਰੁੱਪ ਵਿੱਚ ਹੀ ਪੋਲ ਪਾ ਰਿਹਾ। ਹਾਂਜੀ ਅਗਮਗੀਤ ਕੌਰ। ਅਗਮਗੀਤ ਕੌਰ ਅਨਮਿਊਟ ਕਰ ਲਓ ਤਾਂ ਹੀ ਆਵਾਜ਼ ਆਏਗੀ ਨਾ। ਕੁਐਸਚਨ ਹੈ ਕੋਈ ਤੁਹਾਡਾ? ਹਾਂ ਗੁੱਡ ਮਾਰਨਿੰਗ। थोड़ी देर पहला आप कह रहे थे ना कि एनसीटी वाला मैथ नहीं है। ਐਨਟੀਟੀ 'ਚ ਮੈਥ ਨਹੀਂ ਆ ਰਿਹਾ ਨਾ, ਐਨਟੀਟੀ 'ਚ ਰੀਜ਼ਨਿੰਗ ਆ ਰਹੀ ਹੈ। ਸੋ ਮੈਥ ਆਪਾਂ ਕਿਉਂ ਪੜ੍ਹਨਾ, ਕਿਉਂ ਟਾਈਮ ਵੇਸਟ ਕਰਨਾ ਉਹਦੇ ਤੇ। ਜੋ ਪਟਵਾਰੀ ਦੀ ਕਰ ਰਿਹਾ ਜਾਂ ਉਹਦੀ ਕਰ ਰਿਹਾ ETT ਪੇਪਰ ਦੀ, ਜਾਂ ਕੋਈ ਹੋਰ ਮਾਸਟਰ ਕੈਡਰ ਦਾ ਕੋਈ ਸਟੂਡੈਂਟ ਆ, ਉਹੀ ਮੈਥ ਪੜ੍ਹ ਸਕਦਾ। ਆਪਾਂ ਜਦੋਂ ਐਨਟੀਟੀ